ਸਾਹਿਬ ਜੀਓ। ਕਾਮੀ ਕ੍ਰੋਧੀ ਚਾਤੁਰੀ, ਬਾਜ਼ੀਗਰ ਬੇਕਾਮ, ਨਿੰਦਾ ਕਰਤੇ ਜਨਮ ਸਿਰਾਨੋ, ਕਬਹੂ ਨਾ ਸਿਮਰਿਓ ਰਾਮ। ਹਮ ਮਹਿਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ। ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ। ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ। ਨੀਕੋ ਠਾਕੁਰ ਦੇਸਾ, ਡੰਡੋਤ ਬੰਦਨ ਅਨਿਕ ਬਾਰ। ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ। ਨਾਨਕ ਦੇ ਕਰ ਹੱਥ, ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਵੇਲੇ ਦੇ ਇਸ ਗੁਰਮਤਿ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਸਨਮਾਨਯੋਗ ਭਾਈ ਸਾਹਿਬ ਭਾਈ ਜਗਜੀਤ ਸਿੰਘ ਜੀ ਕੋਮਲ, ਗੁਰੂ ਰਾਮਦਾਸ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਕੀਰਤਨ ਦੀ ਸੇਵਾ ਨਿਭਾਉਂਦੇ ਰਹੇ ਔਰ ਖਾਸ ਕਰਕੇ ਗੁਰਦੁਆਰਾ ਸਿੰਘ ਸਭਾ ਕਲਗੀਧਰ ਲੁਧਿਆਣਾ ਵਿਖੇ ਲੰਬੇਰਾ ਸਮਾਂ ਅਸੀਂ ਇਕੱਠਿਆਂ ਹਜ਼ੂਰ ਦੇ ਉਸ ਦਰਬਾਰ ਦੀ ਸੇਵਾ ਨਿਭਾਈ ਹੈ। ਪਿਆਰ ਵਾਲੇ ਨੇ ਅੰਮ੍ਰਿਤ ਕੀਰਤਨ ਸਾਨੂੰ ਸਰਵਣ ਕਰਾ ਰਹੇ ਸਨ। ਅੱਜ ਸਮੇਤ 3 ਦੀਵਾਨਾਂ ਦੀ ਹਾਜ਼ਰੀ
ਗੁਰੂ ਬਖਸ਼ਿਸ਼ ਨਾਲ ਆਪਾਂ ਭਰਨੀ ਹੈ। ਭਾਵਾਂ ਕਿ ਇਹ ਦਿਨ ਸਾਰੇ ਕੰਮਕਾਰ ਵਾਲੇ ਨੇ, ਪਰ ਫਿਰ ਵੀ ਜਿਤਨੇ ਕੁ ਹਜ਼ੂਰ ਦੀ ਚਰਨ ਸ਼ਰਨ ਵਿੱਚ ਆਪਾਂ ਬੈਠ ਸਕੀਏ। ਪਿਛਲੀ ਵਾਰੀ ਜਦੋਂ ਮੈਂ ਆਇਆ ਸਾਂ ਜ਼ਰੂਰ ਸ਼ਬਦ ਕਹੇ ਸਨ, ਲੰਮਾ ਸਮਾਂ ਕੱਢ ਕੇ ਆਵਾਂਗਾ, ਪਰ ਇਸ ਵਾਰੀ ਇਸ ਕੋਵਿਡ ਦੀ ਬਿਮਾਰੀ ਕਰਕੇ ਸਾਰੀ ਪ੍ਰੋਗਰਾਮ ਆਪ ਸਭ ਨੂੰ ਪਤਾ ਹੈ ਅੱਗੇ ਪਿੱਛੇ ਹੋਏ ਆ। ਆਓ 3 ਦਿਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਦਾ 400 ਸਾਲਾ ਆਗਮਨ ਗੁਰਪੁਰਬ ਇਸ ਸਾਲ ਸਮੁੱਚਾ ਸਿੱਖ ਜਗਤ ਮਨਾ ਰਿਹਾ ਹੈ, ਉਸ ਦੇ ਸੰਬੰਧ ਵਿੱਚ ਮੈਂ 3 ਦੀਵਾਨਾਂ ਵਿੱਚ ਕੁਝ ਬੇਨਤੀਆਂ ਕਰਨੀਆਂ ਨੇ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਿਹਰ ਕਰਨ, ਉਹਨਾਂ ਦੀ ਅੰਮ੍ਰਿਤ ਬਾਣੀ ਵਿੱਚੋਂ ਔਰ ਹਜ਼ੂਰ ਦੇ ਜੀਵਨ ਵਿੱਚੋਂ 3 ਦਿਨ ਮੈਂ ਆਪ ਸੰਗਤ ਦੀ ਸੇਵਾ ਕਰ ਸਕਾਂ। ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਆਪ ਜਿਤਨੇ ਹਜ਼ੂਰ ਦੇ ਚਰਨਾਂ ਵਿੱਚ ਉਪਸਥਿਤ ਹੋ, ਅਸੀਸ ਬਖਸ਼ੋ, ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ। ਇਹ ਸਾਡਾ ਸੰਬੋਧ ਕੀ ਬੋਲਾ ਹੈ। ਜਦੋਂ ਸਿੱਖ ਨੂੰ ਮਿਲਦਾ ਹੈ ਤੇ ਕਿੰਨਾ ਸ਼ਬਦਾਂ ਨਾਲ ਇਹ ਗੱਲਬਾਤ ਪ੍ਰਾਰੰਭ ਕਰੇ। ਹਰ ਧਰਮ ਦਾ, ਹਰ ਮਜ਼ਹਬ ਦਾ ਆਪਣਾ ਸੰਬੋਧ ਕੀ ਬੋਲਾ ਹੈ। ਮੁਸਲਮਾਨ ਵੀਰ ਇੱਕ ਦੂਜੇ ਨੂੰ ਸਲਾਮ ਕਰਦੇ ਆ। ਹਿੰਦੂ ਵੀਰਾਂ ਦੇ ਵੱਖ-ਵੱਖ ਬੋਲੇ ਨੇ, ਕੋਈ ਰਾਧੇ ਸ਼ਾਮ, ਕੋਈ ਜੈ ਸਿਆ ਰਾਮ, ਪਰ ਸਤਿਗੁਰਾਂ ਨੇ ਜਿਹੜਾ ਸਾਨੂੰ ਸੰਬੋਧ ਕੀ ਬੋਲਾ ਦਿੱਤਾ ਹੈ, ਇਸ ਨੂੰ ਆਪਾਂ ਫਤਿਹ ਬੁਲਾਉਣਾ ਕਹਿੰਦੇ ਆ। ਮੈਂ ਸ਼ਾਇਦ ਪਿਛਲੀ ਵਾਰ ਅਰਜ਼ ਕੀਤੀ ਹੋਵੇ, ਜੈਕਾਰੇ ਦਾ ਹਿੱਸਾ ਵੱਖਰਾ ਹੈ, ਜਿਹੜਾ ਤਕਰੀਬਨ ਸਿੱਖਾਂ ਵਿੱਚ ਸੰਬੋਧ ਕੀ ਬੋਲੇ ਦੇ ਰੂਪ ਵਿੱਚ ਪ੍ਰਚਲਿਤ ਜ਼ਿਆਦਾ ਹੈ। ਅਨਮਤ ਵਾਲੇ ਵੀ ਉਸ ਸ਼ਬਦ ਨੂੰ ਵਰਤਦੇ ਆ, ਸਤਿ ਸ੍ਰੀ ਅਕਾਲ ਜੀ। ਉਹ ਸੰਬੋਧ ਕੀ ਬੋਲਾ ਨਹੀਂ, ਉਹ ਸਾਡੇ ਜੈਕਾਰੇ ਦਾ ਇੱਕ ਹਿੱਸਾ ਹੈ। ਪਰ ਸਵਾਲ ਹੈ, ਇਸ ਸੰਬੋਧ ਕੀ ਬੋਲੇ ਤੋਂ ਪਹਿਲਾਂ ਸਿੱਖ ਕਿਹੜੇ ਲਫ਼ਜ਼ ਵਰਤਦੇ ਹੁੰਦੇ ਸਨ? ਇਹ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ਿਸ਼ ਕੀਤੀ। ਇਸ ਵਿੱਚ 2 ਬਾਤਾਂ ਨੇ। ਇੱਕ ਤਾਂ ਇਸ ਸਚਾਈ ਨੂੰ ਅਸੀਂ ਸਵੀਕਾਰੀਏ ਕਿ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਤੱਕ ਸਿੱਖ ਦੇ ਪੈਰੀ ਪੈਂਦਾ ਹੁੰਦਾ ਸੀ। ਮੈਂ ਕਿ ਇਹਨੂੰ ਸਚਾਈ ਨੂੰ ਸਵੀਕਾਰਨਾ ਚਾਹੀਦਾ। ਉਹਦਾ ਪੈਰੀ ਪਾਉਣ ਦਾ ਮਤਲਬ ਉਹ ਵਿਅਕਤੀਗਤ ਪੂਜਾ ਨਹੀਂ ਹੋ ਰਹੀ। ਭਾਈ ਸਾਹਿਬ ਨੇ ਉੱਥੇ ਇੱਕ ਇਸ਼ਾਰਾ ਦਿੱਤਾ, ਰਾਣਾ ਰੰਕ ਬਰਾਬਰੀ ਪੈਰੀ ਪਵਣਾ ਜਗ ਵਰਤਾਇਆ। ਉਸ ਦਾ ਇੱਕ ਕਾਰਨ ਸੀ। ਜਿਹੜੀ ਇਹ ਕੌਮੇ ਹੈ ਕਿ ਮੈਂ ਅਮੀਰ, ਦੂਜਾ ਗਰੀਬ, ਮੈਂ ਉੱਚੀ ਜ਼ਾਤ ਦਾ, ਇਹ ਨੀਵੀਂ ਜ਼ਾਤ ਦਾ, ਇਸ ਫਰਕ ਨੂੰ ਮੇਟਣ ਦੇ ਲਈ ਗੁਰੂ ਨੇ ਝੁਕਣ ਦੀ ਜਾਚ ਸਾਨੂੰ ਦੱਸੀ। ਗੁਰਬਾਣੀ ਵਿੱਚ ਇੱਕ ਬਚਨ ਤੁਸੀਂ ਪੜ੍ਹਦੇ ਹੋ, ਉਹ ਵੀ ਇਹਦੇ ਨਾਲ ਸੰਬੰਧਿਤ ਹੈ ਕਿ ਪੈਰੀ ਪਵਣਾ ਜਗ ਵਰਤਾਇਆ। ਉਹ ਗੁਣਵੰਤੀ ਸ਼ਬਦ ਹੈ। ਜੋ ਦਿਸੈ ਗੁਰ ਸਿੱਖੜਾ ਤਿਸ ਨਿਵ ਨਿਵ ਲਾਗੋਂ ਪਾਏ ਜੀਓ। ਇਹ ਉਦੋਂ ਬੋਲਾ ਵੀ ਸੀ ਤੇ ਪ੍ਰੈਕਟੀਕਲ ਤੌਰ ਤੇ ਵੀ ਸੀ। ਅੱਜ ਵੀ ਤੁਸੀਂ ਅੰਮ੍ਰਿਤਸਰ ਸ਼ਹਿਰ ਵੀ ਜਾਓ,
ਜਿਹੜੇ ਉੱਥੋਂ ਦੇ ਵਸਨੀਕ ਨੇ, ਸ਼ਹਿਰੀ ਸੱਜਣ, ਬਾਜ਼ਾਰ ਵਿੱਚੋਂ ਲੰਘੋ ਤੇ ਕਈ ਵਾਰੀ ਕੰਨਾਂ ਵਿੱਚ ਆਵਾਜ਼ ਪੈਂਦੀ ਹੈ, ਸ਼ਾਹ ਜੀ ਪੈਰੀ ਪਵਣਾ ਕਰਨਾ। ਇਹ ਉਦੋਂ ਬੋਲਦੇ ਸਨ, ਪਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਕਿਰਪਾ ਕੀਤੀ। ਉਹਨਾਂ ਨੇ ਸਾਨੂੰ ਸਿਮਰਨ ਤੇ ਸਮਰਪਣ ਦੋਨੋਂ ਚੀਜ਼ਾਂ ਇਸ ਬੋਲੇ ਵਿੱਚ ਦੇ ਦਿੱਤੀਆਂ। ਮੈਂ ਲਫ਼ਜ਼ ਸੰਬੋਧ ਕੀ ਬੋਲਾ ਵਰਤਿਆ ਹੈ। ਇਸ ਵਿੱਚ ਸਿਮਰਨ ਔਰ ਸਮਰਪਣ ਹੈ। ਸਿਮਰਨ ਹੈ ਵਾਹਿਗੁਰੂ ਤੇ ਜੀ ਕਾ ਖਾਲਸਾ, ਇਹ ਸਮਰਪਣ ਹੈ। ਮਹਾਰਾਜ ਜੀ ਨੇ ਇਹ ਨਹੀਂ ਕਿਹਾ ਗੁਰੂ ਗੋਬਿੰਦ ਸਿੰਘ ਜੀ ਕਾ ਖਾਲਸਾ। ਸ਼ਬਦ ਕਹਿ ਕਮਾਲ ਦਾ ਦਿੱਤਾ, ਉਹ ਤਾਂ ਸਤਿਗੁਰੂ ਗੁਰ ਪਰਮੇਸ਼ਰ ਹੈ। ਹਜ਼ੂਰ ਨੇ ਕਿਹਾ ਵਾਹਿਗੁਰੂ ਜੀ ਕਾ ਖਾਲਸਾ, ਇਹਦਾ ਮਤਲਬ ਖਾਲਸਾ ਵਾਹਿਗੁਰੂ ਜੀ ਨੂੰ ਸਮਰਪਣ ਹੈ। ਤੇ ਦੂਸਰਾ ਫਿਰ ਕਿਹਾ ਖਾਲਸਾ ਸੰਘਰਸ਼ੀਲ ਹੈ, ਜ਼ਿੰਦਗੀ 'ਚ ਬਹੁਤ ਕਾਮਯਾਬੀਆਂ ਪ੍ਰਾਪਤ ਕਰੇ, ਪਰ ਉਸ ਫਤਿਹ ਨੂੰ ਖਾਲਸੇ ਦੇ ਨਾਮ ਨਹੀਂ ਲਿਖਿਆ। ਐਡਾ ਵੱਡਾ ਸਮਰਪਣ, ਉਸ ਫਤਿਹ ਨੂੰ ਵੀ ਵਾਹਿਗੁਰੂ ਜੀ ਕੀ ਫਤਿਹ ਹੀ ਕਿਹਾ ਹੈ। ਫਿਰ ਬਿਨਤੀ ਫਤਿਹ ਬੁਲਾਣਾ ਇਹ ਵੱਖਵਾਦੀ ਸੋਚ ਨਹੀਂ। ਕਈ ਸੱਜਣ ਨਹੀਂ ਫਤਿਹ ਬੁਲਾਉਂਦੇ ਆਮ ਤੌਰ ਤੇ, ਪਰ ਇਸ ਵਿੱਚ ਸਤਿਗੁਰਾਂ ਨੇ ਸ਼ਬਦ ਵਰਤਿਆ ਹੈ। ਇਹ ਸੰਬੋਧ ਕੀ ਬੋਲਾ ਹੈ, ਖਾਲਸਾ ਵਾਹਿਗੁਰੂ ਜੀ ਦਾ ਹੈ ਤੇ ਖਾਲਸੇ ਦੀ ਫਤਿਹ ਵਾਹਿਗੁਰੂ ਜੀ ਦੀ ਫਤਿਹ ਹੈ। ਜਿਹੜਾ ਸਤਿ ਸ੍ਰੀ ਅਕਾਲ ਹੈ, ਇਹ ਸਾਡਾ ਜੈਕਾਰਾ ਹੈ। ਇਸ ਦੇ ਬੁਲਾਉਣ ਦੀ ਖਾਸ ਥਾਂ ਹੈ। ਫਤਿਹ ਤੋਂ ਬਾਅਦ ਵਾਹਿਗੁਰੂ ਅਰਦਾਸ ਤੋਂ ਬਾਅਦ ਜੈਕਾਰਾ ਬੁਲਾਇਆ ਜਾਂਦਾ ਹੈ। ਕਿਸੇ ਮਤੇ ਦੀ ਪ੍ਰਵਾਨਗੀ ਲੈਣੀ ਹੋਵੇ ਤੇ ਤਾਂ ਜੈਕਾਰਾ ਬੁਲਾਇਆ ਜਾਂਦਾ ਹੈ। ਕਿਸੇ ਮੁਹਿੰਮ ਤੇ ਚੱਲੇ ਹਾਂ ਤਾਂ ਜੈਕਾਰਾ ਬੁਲਾਇਆ ਜਾਂਦਾ ਹੈ। ਅਕਸਰ ਅੱਜ ਕੱਲ੍ਹ ਅਸੀਂ ਦੇਖਦੇ ਹਾਂ ਕਿ ਬਾਹਾਂ ਖੜੀਆਂ ਕਰਕੇ ਵੀ ਜੈਕਾਰੇ ਬੁਲਾਏ ਜਾਂਦੇ ਆ। ਇਸ ਜੈਕਾਰੇ ਦਾ ਕੀਰਤਨ ਵੀ ਹੁੰਦਾ ਹੈ। ਯਾਦ ਰੱਖਿਓ, ਹਰ ਚੀਜ਼ ਦੀ ਆਪਣੀ ਆਪਣੀ ਕੋਈ ਥਾਂ ਹੈ। ਜੈਕਾਰਾ ਹਰ ਥਾਂ ਤੇ ਨਹੀਂ ਬੁਲਾਇਆ ਜਾਂਦਾ। ਮੈਂ ਆਪ ਨੂੰ ਅਰਜ਼ ਕੀਤੀ, 3-4 ਥਾਵਾਂ ਨੇ ਮਤੇ ਦੀ ਪ੍ਰਵਾਨਗੀ ਅਰਦਾਸ ਪਿੱਛੋਂ ਜਾਂ ਅਸੀਂ ਮੁਹਿੰਮ ਤੇ ਚੜ੍ਹਨ ਲੱਗੀਏ। ਕਈ ਵਾਰੀ ਸਿੱਖਾਂ ਦੇ ਅੰਦਰ ਜਦੋਂ ਕੋਈ ਗੱਲ ਬਹੁਤ ਕਮਾਲ ਦੀ ਸੁਣਦੇ ਨੇ ਤੇ ਬਦੋ ਬਦੀ ਉਹਨਾਂ ਦੇ ਅੰਦਰੋਂ ਜੈਕਾਰਾ ਨਿਕਲਦਾ, ਪਰ ਇਹਦੇ ਅਰਥ ਵੀ ਸਪਿਰਚੁਅਲ ਨੇ। ਬੋਲੇ ਸੋ ਨਿਹਾਲ। ਜਿਹੜਾ ਵੀ ਬੰਦਾ ਬੋਲੇਗਾ ਉਹ ਆਪਣੀ ਜ਼ਿੰਦਗੀ 'ਚ ਨਿਹਾਲ ਹੋਵੇਗਾ। ਨਿਹਾਲ ਸ਼ਬਦ ਜਿਹੜਾ ਹੈ ਇਹ ਫਾਰਸੀ ਦਾ ਹੈ, ਇਹ ਹਿੰਦੀ ਸੰਸਕ੍ਰਿਤ ਦਾ ਨਹੀਂ। ਨਿਹਾਲ ਸ਼ਬਦ ਫਾਰਸੀ ਦਾ ਹੈ, ਪਰਸ਼ੀਅਨ ਹੈ। ਇਸ ਦਾ ਅਰਥ ਹੈ ਕਿ ਤਨ ਮਨ ਇੰਦਰੀਆਂ ਦੇ ਮਾਨਸਿਕ ਤੌਰ ਤੇ ਆਤਮਿਕ ਤੌਰ ਤੇ ਜਿਹੜਾ ਪੂਰਨ ਤੌਰ ਤੇ ਸੰਤੁਸ਼ਟ ਹੋ ਗਿਆ ਹੈ, ਉਹ ਨਿਹਾਲ ਹੈ। ਇਸੇ ਕਰਕੇ ਸਤਿਗੁਰਾਂ ਨੇ ਸਾਡੀ ਜਪਜੀ ਸਾਹਿਬ ਦੀ ਬਾਣੀ ਜਿਹੜੀ ਹੈ ਉਹ ਨਿਹਾਲ ਨਾਲ ਸੰਪੂਰਨ ਹੁੰਦੀ ਹੈ। ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਇਹ ਤੇ ਸਤਿਗੁਰੂ ਕਹਿੰਦੇ ਜਿਹੜਾ ਵੀ ਇਨਸਾਨ ਆਪਣੀ ਜ਼ਿੰਦਗੀ 'ਚ ਬੋਲੇਗਾ, ਕਈ ਥਾਵਾਂ ਤੇ ਜੋ ਬੋਲੇ ਵੀ ਆਉਂਦਾ ਹੈ, ਪਰ ਜੋ ਸਾਡਾ ਬੋਲਿਆ ਜਾਂਦਾ ਅੱਜ ਕੱਲ੍ਹ ਬੋਲੇ ਸੋ ਨਿਹਾਲ। ਜੋ ਵੀ ਇਹ ਬੋਲੇਗਾ ਉਹ ਨਿਹਾਲ ਹੋਵੇਗਾ, ਪਰ ਸ਼ਰਤ ਕੀ ਬੋਲੇਗਾ? ਸਤ, ਜਿਨੇ ਸਦੀਵ ਰਹਿਣਾ ਹੈ ਪਰਮਾਤਮਾ। ਉਹ ਸਤ ਜਿਹੜਾ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਉਹ ਸੱਚ ਜਿਹਨੂੰ ਹਜ਼ੂਰ ਕਹਿੰਦੇ ਸਤ ਨਾਮ ਤੇਰਾ ਪਰਾ ਪੁਰਬਲਾ। ਜਿਹੜਾ ਸਤ, ਉਸ ਤੋਂ ਅਗਲਾ ਸ਼ਬਦ ਹੈ ਸ਼੍ਰੀ। ਸ਼੍ਰੀ ਦਾ ਅਰਥ ਹੈ ਸ਼੍ਰੋਮਣੀ, ਜਿਹੜਾ ਸਭ ਤੋਂ ਵੱਡਾ ਹੈ। ਤੇ ਤੀਸਰਾ ਲਫ਼ਜ਼ ਹੈ ਅਕਾਲ। ਅਕਾਲ ਦਾ ਅਰਥ ਹੈ ਜਿਹਦੇ ਉੱਤੇ ਸਮੇਂ ਦਾ ਰੰਚਕ ਮਾਤਰ ਵੀ ਪ੍ਰਭਾਵ ਨਹੀਂ। ਜਦੋਂ ਸਮਾਂ ਨਹੀਂ, ਉਹਦੀ ਹੋਂਦ ਸਮੇਂ ਤੋਂ ਪਹਿਲਾਂ ਵੀ ਹੈ। ਬਾਕੀ ਸਭ ਕਾਲ ਦਾ ਖਜ਼ਾਨੇ ਉਹ ਅਕਾਲ ਹੈ। ਇਹਦਾ ਸਿੱਧਾ ਅਰਥ ਹੋ ਗਿਆ ਜੀ, ਜਿਹੜਾ ਵਾਹਿਗੁਰੂ ਜੀ ਦਾ ਸਿਮਰਨ ਕਰੇਗਾ ਉਹ ਜ਼ਿੰਦਗੀ 'ਚ ਨਿਹਾਲ ਹੋਵੇਗਾ। ਇਹਦੇ ਵਿੱਚ ਵੀ ਸਿਮਰਨ ਹੈ। ਆਓ ਆਪਾਂ ਆਰੰਭਤਾ ਹੀ ਤੋਂ ਕਰਾਂਗੇ। ਗੁਰੂ ਤੇਗ ਬਹਾਦਰ ਸਾਹਿਬ ਦੀਆਂ ਸਿਫਤਾਂ ਕਰਨੀਆਂ ਨੇ ਤੇ ਮੇਰੀ ਇੱਛਾ ਹੋਵੇਗੀ ਮੈਂ ਜ਼ਿਆਦਾ ਗੁਰੂ ਸਾਹਿਬ ਦੀ ਬਾਣੀ ਵਿੱਚੋਂ ਆਪ ਨੂੰ ਕੁਝ ਬੇਨਤੀਆਂ ਕਰਾਂ, ਕਿਉਂਕਿ ਪਿਛਲੇ ਸਾਲ ਲੋਕਡਾਊਨ 'ਚ 57 ਸ਼ਲੋਕ ਹਜ਼ੂਰ ਦੇ ਘਰੋਂ ਹੀ ਮੈਂ ਘਰ ਬੈਠ ਕੇ ਕਥਾ ਸਤਿਗੁਰਾਂ ਨੇ ਕਰਾਈ, ਕਿਉਂਕਿ ਦੇਸ਼ ਵਿਦੇਸ਼ ਵਿੱਚ ਹਰ ਚੀਜ਼ ਬੰਦ ਸੀ।
ਇਸ ਵਾਰੀ ਅਮਰੀਕਾ ਦੇ ਟੂਰ ਤੇ 55 ਸ਼ਬਦ ਹਜ਼ੂਰ ਦੇ ਕਥਾ ਹੋ ਚੁੱਕੀ ਹੈ। 4 ਰਾਗ ਜੈਜਾਵੰਤੀ ਚ ਰਹਿ ਗਏ ਨੇ, ਉਹ ਸੈਨ ਹੋਜ਼ੇ ਕਰਨੇ ਆ। ਪਰ ਮੈਂ ਆਪ ਨੂੰ 3 ਦਿਨ ਆਪਾਂ ਸਤਿਗੁਰੂ ਦੇ 59 ਸ਼ਬਦ, 57 ਸ਼ਲੋਕ ਔਰ ਉਹਨਾਂ ਦੇ ਪਵਿੱਤਰ ਜੀਵਨ ਚੋਂ ਆਪਾਂ ਵਿਚਾਰਾਂ ਦੀ ਸਾਂਝ ਕਰਾਂਗੇ। ਆਪ ਟਿਕੀ ਕੋਈ ਸੰਗਤ ਹੋ, ਗੁਰਮੁਖ ਮਹਾਂਪੁਰਖਾਂ ਦੀ ਸੰਗਤ ਕਰਨ ਵਾਲੇ ਹੋ, ਕਿਰਪਾ ਕਰੋ ਅਸੀਸ ਬਖਸ਼ੋ। ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਔਰ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਗਮਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਤੇ ਹੋਇਆ ਹੈ। ਆਪ ਭਲੀ ਭਾਂਤ ਜਾਣੂ ਹੋ, ਸਤਿਗੁਰਾਂ ਨੇ ਹਰਮੰਦਰ ਸਾਹਿਬ ਦੀ ਸਿਰਜਣਾ ਕੀਤੀ ਹੈ, ਸਰੋਵਰ ਬਣਾਏ ਨੇ, ਪਰ ਸਤਿਗੁਰਾਂ ਦੀ ਜਿਹੜੀ ਰਿਹਾਇਸ਼ ਸੀ, ਰਹਿਣ ਵਾਲਾ ਸਥਾਨ ਸੀ, ਉਹ ਇਹਨਾਂ ਸਥਾਨਾਂ ਦੇ ਵਿੱਚ ਨਹੀਂ ਸੀ। ਕੋਠਾ ਸਾਹਿਬ ਜ਼ਰੂਰ ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ ਉਸ ਵੇਲੇ ਬਣਾਇਆ, ਜਿੱਥੋਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਵੇਰੇ ਸਤਿਗੁਰਾਂ ਦਾ ਸਵਰੂਪ ਆਉਂਦਾ ਹੈ। ਉਂਝ ਸਤਿਗੁਰਾਂ ਨੇ ਜਿਸ ਜਗ੍ਹਾ ਤੇ ਆਪਣੀ ਰਿਹਾਇਸ਼ ਬਣਾਈ, ਘਰ ਬਣਾਇਆ ਗੁਰੂ ਰਾਮਦਾਸ ਜੀ ਨੇ, ਉਸ ਗੁਰਦੁਆਰੇ ਨੂੰ ਆਪਾਂ ਅੱਜ ਕੱਲ੍ਹ ਗੁਰੂ ਕਾ ਮਹਿਲ ਕਹਿੰਦੇ ਹਾਂ। ਇਹ ਸ਼੍ਰੀ ਅੰਮ੍ਰਿਤਸਰ ਦੇ ਵਿਚਕਾਰ ਹੈ। ਇੱਕ ਦਰਸ਼ਨੀ ਡਿਊੜੀ ਹੈ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਬਿਲਕੁਲ ਸਾਹਮਣੇ। ਇੱਕ ਦਰਸ਼ਨੀ ਡਿਊੜੀ ਹੈ ਬਾਜ਼ਾਰ ਵਿੱਚ ਜਾਂਦਿਆਂ, ਗੁਰੂ ਕੇ ਮਹਿਲ ਨੂੰ ਜਾਂਦਿਆਂ ਗਲੀ ਦੇ ਉੱਤੇ। ਬਹੁਤ ਘੱਟ ਸੱਜਣਾ ਨੂੰ ਸ਼ਾਇਦ ਉਹਦਾ ਪਤਾ ਹੋਵੇ। ਉਸ ਉੱਪਰ ਸਤਿਗੁਰੂ ਦੇ ਵੇਲੇ ਦੀ ਉਹ ਬਣੀ ਹੈ ਤੇ ਉਸ ਤੇ ਗੁਰੂ ਸਾਹਿਬ ਜੀ ਦਾ ਅੱਜ ਕੱਲ੍ਹ ਪ੍ਰਕਾਸ਼ ਹੁੰਦਾ ਹੈ। ਜਿਹੜਾ ਗੁਰੂ ਕਾ ਮਹਿਲ ਹੈ, ਉੱਥੋਂ ਦੀ ਲਿਖਤ ਮੁਤਾਬਕ ਤਕਰੀਬਨ ਅੱਧੀ ਸਦੀ ਤੋਂ ਜ਼ਿਆਦਾ ਸਮਾਂ ਗੁਰੂ ਜੋਤ ਨੇ ਆਪਣੀ ਰਿਹਾਇਸ਼ ਉਸ ਘਰ ਦੇ ਵਿੱਚ ਰੱਖੀ ਹੈ। ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜਿਹੜੀ ਪਰਿਵਾਰਕ ਰਿਹਾਇਸ਼ ਸੀ, ਉਹ ਸ਼੍ਰੀ ਅੰਮ੍ਰਿਤਸਰ ਗੁਰੂ ਕੇ ਮਹਿਲ ਸੀ। ਦੂਸਰੀ ਬੇਨਤੀ, ਗੁਰੂ ਕਾ ਮਹਿਲ ਉਹ ਅਸਥਾਨ ਹੈ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਦੇ 4 ਬੇਟਿਆਂ ਦਾ ਤੇ 1 ਬੇਟੀ ਦਾ ਜਨਮ ਹੋਇਆ ਹੈ। 6ਵੇਂ ਸਤਿਗੁਰਾਂ ਦੇ 5 ਬੇਟੇ ਨੇ। 1 ਬੇਟੇ ਵੱਡੇ ਦਾ ਜਨਮ ਧੰਨ ਗੁਰੂ ਹਰਿਰਾਏ ਸਾਹਿਬ ਜੀ ਦੇ ਪਿਤਾ ਬਾਬਾ ਗੁਰਦਿੱਤਾ ਜੀ ਦਾ ਜਨਮ ਹੈ, ਉਹ ਮਾਲਵੇ ਦੀ ਧਰਤੀ ਤੇ ਹੋਇਆ ਹੈ, ਜਿਸ ਨੂੰ ਆਪਾਂ ਡਰੌਲੀ ਕਹਿੰਦੇ ਹਾਂ। ਪਰ ਬਾਬਾ ਅਟਲ ਰਾਏ ਜੀ, ਬਾਬਾ ਅਣੀ ਰਾਏ ਜੀ, ਬਾਬਾ ਸੂਰਜਮਲ ਜੀ, ਬੀਬੀ ਵੀਰੋ ਜੀ ਔਰ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿਹੜਾ ਜਨਮ ਹੈ, ਆਗਮਨ ਹੈ, ਉਹ ਗੁਰੂ ਕੇ ਮਹਿਲ ਹੋਇਆ ਹੈ। ਥੋੜਾ ਜਿਹਾ ਆਪਾਂ ਹਿਸਟਰੀ ਤੇ ਆਉਣਾ ਤਾਂ ਹਜ਼ੂਰ ਦੀ ਬਾਣੀ ਵੱਲ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਗਮਨ ਸਨ 1621 ਨੂੰ ਹੋਇਆ ਹੈ। ਜੇ ਅਸੀਂ ਦੇਖੀਏ ਸ਼ਤਾਬਦੀ ਮਨਾਉਣ ਦਾ ਰਿਵਾਜ ਤਾਂ ਹੁਣ ਪਿਛਲੀ ਸ਼ਤਾਬਦੀ ਸ਼ੁਰੂ ਹੋਇਆ ਨਾ, ਜਦੋਂ ਗੁਰੂ ਨਾਨਕ ਸਾਹਿਬ ਦਾ ਆਗਮਨ ਆਇਆ, ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਸ਼ਤਾਬਦੀ ਆਈ। ਪਰ ਜੇ ਦੇਖਿਆ ਜਾਏ 1721 ਨੂੰ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਉਹਨਾਂ ਦਾ ਸ਼ਤਾਬਦੀ ਨਹੀਂ ਮਨਾਈ ਗਈ, ਇਤਿਹਾਸ ਵਿੱਚ ਕਿਤੇ ਜ਼ਿਕਰ ਨਹੀਂ, ਕਿਉਂਕਿ ਉਹ ਵੇਲਾ ਸੀ ਬਾਬਾ ਬੰਦਾ ਸਿੰਘ ਬਹਾਦਰ ਸ਼ਹੀਦ ਹੋ ਚੁੱਕੇ ਨੇ। ਸਿੱਖਾਂ ਉੱਤੇ ਜ਼ੁਲਮ ਦੀ ਹਨੇਰੀ ਪੇ ਝੁਲਦੀ ਹੈ। ਉਸ ਤੋਂ ਬਾਅਦ ਆਉਂਦਾ 1821। ਖਾਲਸਾ ਰਾਜ ਜ਼ਰੂਰ ਸਥਾਪਿਤ ਸੀ, ਪਰ ਜ਼ਿਕਰ ਨਹੀਂ ਕਿਤੇ ਮਿਲਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਸ ਆਗਮਨ ਦਾ। ਉਸ ਤੋਂ ਬਾਅਦ ਆਉਂਦਾ 1921, ਆ ਜਿਹੜੀ ਪਿਛਲੀ ਸਦੀ ਨਿਕਲੀ। 1921 ਵਿੱਚ ਉਹ ਸਮਾਂ ਸੀ, ਕਿਉਂਕਿ ਇਸ ਸਾਲ 2 ਸ਼ਤਾਬਦੀਆਂ ਮਨਾਈਆਂ ਗਈਆਂ ਨੇ। ਇੱਕ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਨਮ ਸ਼ਤਾਬਦੀ 400 ਸਾਲਾ ਤੇ ਦੂਸਰਾ ਨਨਕਾਣਾ ਸਾਹਿਬ ਦੇ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਦਾ 100 ਸਾਲਾ ਮਨਾਇਆ ਗਿਆ ਹੈ। 1921 ਨੂੰ ਅਜੇ ਗੁਰਦੁਆਰੇ ਆਜ਼ਾਦ ਕਰਾਏ ਜਾ ਰਹੇ ਸਨ ਮਹੰਤ ਸਿਸਟਮ ਤੋਂ। ਮੈਂ ਬੇਨਤੀ ਕਰਾਂ, ਆਹ ਸਾਲ ਹੈ ਜਿਹੜਾ 2021 ਹੈ,
ਇਹ ਪਹਿਲੀ ਵਾਰੀ ਸਿੱਖ ਸ਼ਤਾਬਦੀ ਮਨਾ ਰਿਹਾ, ਪਰ ਪਰਮੇਸ਼ਵਰ ਦੀ ਖੇਡ ਇਸ ਵਰੇ ਵਿੱਚ ਬਿਮਾਰੀ ਦਾ ਬਹੁਤ ਜ਼ੋਰ ਰਿਹਾ। ਗੁਰੂ ਤੇਗ ਬਹਾਦਰ ਸਾਹਿਬ ਦਾ ਜਦੋਂ ਆਗਮਨ ਹੋਇਆ, ਉਦੋਂ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਹੋਇਆ 15 ਸਾਲ ਹੋ ਚੁੱਕੇ। ਸਤਿਗੁਰੂ ਗੁਰੂ ਅਰਜਨ ਦੇਵ ਦੀ ਸ਼ਹਾਦਤ ਤੋਂ 15 ਸਾਲ ਬਾਅਦ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਆਗਮਨ ਹੁੰਦਾ ਹੈ। ਸਨ 1664 ਨੂੰ ਗੁਰੂ ਤੇਗ ਬਹਾਦਰ ਸਾਹਿਬ ਗੁਰਤਾ ਗੱਦੀ ਤੇ ਬਿਰਾਜਮਾਨ ਹੁੰਦੇ ਆ। ਸਨ 1675 10 ਨਵੰਬਰ ਤੇ 11 ਨਵੰਬਰ 2 ਦਿਨ ਸ਼ਹੀਦੀਆਂ ਹੋਈਆਂ। 10 ਨਵੰਬਰ ਨੂੰ 3 ਸਿੱਖ ਸ਼ਹੀਦ ਕੀਤੇ ਆ 1675 ਨੂੰ। 11 ਨਵੰਬਰ 1675 ਨੂੰ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ ਗਿਆ। ਗੁਰੂ ਅਰਜਨ ਦੇਵ ਜੀ ਨੂੰ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਸ਼ਹੀਦ ਹੋਏ ਨੇ, ਉਹਨਾਂ ਦੀ ਸ਼ਹਾਦਤ ਹੋਇਆਂ ਨੂੰ 69 ਸਾਲ ਹੋ ਚੁੱਕੇ ਸਨ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ 69 ਸਾਲ ਹੋ ਚੁੱਕੇ। ਇਉਂ ਕਹੋ ਕਿ ਗੁਰੂ ਅਰਜਨ ਦੇਵ ਮਹਾਰਾਜ ਦਾਦਾ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਪੋਤਾ ਹੈ, ਦਾਦੇ ਦੀ ਸ਼ਹਾਦਤ ਨੂੰ 69 ਸਾਲ ਹੋ ਚੁੱਕੇ ਆ, ਤੇ ਉਸ ਤੋਂ ਬਾਅਦ 69 ਸਾਲ ਬਾਅਦ ਪੋਤਾ ਸ਼ਹੀਦ ਹੁੰਦਾ ਹੈ। ਦੋਨਾਂ ਸਤਿਗੁਰਾਂ ਦੀ ਬਾਣੀ ਨੂੰ ਸਾਹਮਣੇ ਰੱਖ ਕੇ ਜਦੋਂ ਦੇਖਿਓ, ਅਗਲੀ ਬੇਨਤੀ ਮੈਂ ਜਿਹੜੀ ਕਰਨ ਲੱਗਾ, 1664 ਨੂੰ ਹਜ਼ੂਰ ਗੁਰਤਾ ਗੱਦੀ ਤੇ ਬਿਰਾਜਮਾਨ ਹੁੰਦੇ ਨੇ। ਗੁਰੂ ਨਾਨਕ ਸਾਹਿਬ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਦਾ ਲਮੇਰੀ ਯਾਤਰਾ ਮਿਲਦੀ, ਹਾਂ ਗੁਰੂ ਅਮਰਦਾਸ ਦੀ ਮਿਲਦੀ। ਮਹਾਰਾਜ ਭੇਵੇ ਗਏ ਆ, ਕੁਰੂਕਸ਼ੇਤਰ ਗਏ ਆ, ਹਰਿਦੁਆਰ ਗਏ ਆ। ਉਸ ਤੋਂ ਬਾਅਦ ਜੇ ਕੋਈ ਜ਼ਿਆਦਾ ਦੂਰ ਗਏ ਆ, ਗੁਰੂ ਨਾਨਕ ਸਾਹਿਬ ਜਿਤਨਾ ਤਾਂ ਨਹੀਂ, ਗੁਰੂ ਹਰਗੋਬਿੰਦ ਸਾਹਿਬ ਗਏ ਆ। ਉਹ ਅੱਜ ਕੱਲ੍ਹ ਜਿਹਨੂੰ ਆਪਾਂ ਉੱਤਰਾਂਚਲ ਕਹਿੰਦੇ ਆ, ਯੂਪੀ ਕਹਿੰਦੇ ਆ, ਨਾਨਕ ਮਤੇ ਤੱਕ ਮਹਾਰਾਜ ਗਏ ਆ। ਇੱਧਰੋਂ ਕਸ਼ਮੀਰ ਦੀ ਧਰਤੀ ਤੇ ਗਿਆ, ਕਸ਼ਮੀਰ ਤੋਂ ਲੰਘਦੇ ਹੋਏ ਮੁਜ਼ੱਫਰਾਬਾਦ ਤੋਂ ਸਤਿਗੁਰੂ ਫਿਰ ਜਿਹਨੂੰ ਅੱਜ ਕੱਲ੍ਹ ਪਾਕਿਸਤਾਨ ਕਹਿੰਦੇ ਆ, ਨਨਕਾਣਾ ਸਾਹਿਬ ਗੁਰੂ ਨਾਨਕ ਸਾਹਿਬ ਦਾ ਪੁਰਬ ਮਨਾਉਣ ਵਾਸਤੇ ਜਾਂਦੇ ਆ। ਜਿਹੜੀ ਸੰਗਤ ਪਾਕਿਸਤਾਨ ਗਈ ਉਹਨਾਂ ਨੂੰ ਪਤਾ ਹੋਣਾ ਹੈ ਕਿ ਨਨਕਾਣਾ ਸਾਹਿਬ ਇੱਕ ਗੁਰਦੁਆਰਾ ਧੰਨ ਗੁਰੂ ਹਰਗੋਬਿੰਦ ਸਾਹਿਬ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਹੈ, ਜਿੱਥੇ ਗੁਰੂ ਹਰਗੋਬਿੰਦ ਸਾਹਿਬ ਆਪਣਾ ਘੋੜਾ ਬਣ ਕੇ ਤੇ ਚਰਨਾਂ ਦਾ ਜੋੜਾ ਲਾ ਕੇ ਜਨਮ ਸਥਾਨ ਗਏ ਸਨ। ਆਪ ਨੂੰ ਪਤਾ ਹੋਣਾ ਉੱਥੇ ਲਿਖਿਆ ਹੋਇਆ। ਇੱਕ ਸਥਾਨ ਹੋਰ ਹੈ ਜਿਹੜਾ ਬਿਲਕੁਲ ਇਹਦੀ ਹਿਸਟਰੀ ਮਿਲਦੀ, ਜਿਹੜੇ ਸੱਜਣ ਨਾਨਕ ਮਤਾ ਸਾਹਿਬ ਗਏ ਆ ਉਹਨਾਂ ਨੂੰ ਸ਼ਾਇਦ ਪਤਾ ਹੋਵੇ। ਤਕਰੀਬਨ ਹਰ ਸਾਲ ਮੈਂ ਜਾਂਦਾ ਉਸ ਇਲਾਕੇ ਵਿੱਚ, ਉੱਥੇ ਵੀ ਇੱਕ ਗੁਰੂ ਹਰਗੋਬਿੰਦ ਸਾਹਿਬ ਦਾ ਸਥਾਨ ਹੈ। ਜਦੋਂ ਸਤਿਗੁਰੂ ਨਾਨਕ ਮਤਾ ਸਾਹਿਬ ਆਉਂਦੇ ਆ ਗੁਰੂ ਹਰਗੋਬਿੰਦ ਸਾਹਿਬ, ਉਦੋਂ ਵੀ ਸਤਿਗੁਰੂ ਆਪਣੇ ਘੋੜੇ ਨੂੰ ਦੂਰ ਬੰਨ੍ਹ ਕੇ, ਉਹ ਵੱਖਰਾ ਸਥਾਨ ਹੈ, ਤੇ ਚਰਨਾਂ ਦਾ ਜੋੜਾ ਉਤਾਰ ਕੇ ਨਾਨਕ ਮਤਾ ਸਾਹਿਬ ਆਉਂਦੇ ਆ। ਸਾਡੇ ਸਾਹਮਣੇ ਇਤਿਹਾਸ ਹੈ। ਇਹਦਾ ਮਤਲਬ ਗੁਰੂ ਲਈ ਕਿੰਨੀ ਕੁ ਭਾਵਨਾ ਚਾਹੀਦੀ ਹੈ, ਕਿੰਨੀ ਕੁ ਸ਼ਰਧਾ ਚਾਹੀਦੀ ਹੈ। ਮੈਂ ਫਿਰ ਬੇਨਤੀ ਕਰਾਂ, ਗੁਰੂ ਤੇਗ ਬਹਾਦਰ ਸਾਹਿਬ ਉਸ ਤੋਂ ਬਾਅਦ ਇਹਨਾਂ ਦਾ ਮਾਝੇ ਦੀ ਧਰਤੀ ਵਿੱਚ ਵੀ ਗੁਰਦੁਆਰੇ ਨੇ, ਕਿਉਂਕਿ ਬਾਬਾ ਬਕਾਲਾ ਸਾਹਿਬ ਮਹਾਰਾਜ ਲੰਮਾ ਸਮਾਂ ਰੁਕੇ। ਉਸ ਦੇ ਨੇੜੇ ਪਿੰਡਾਂ ਵਿੱਚ ਗੁਰਦੁਆਰੇ ਨੇ, ਖਾਸ ਕਰਕੇ ਅੰਮ੍ਰਿਤਸਰ ਵੱਲਾ ਤੁਸੀਂ ਦਰਸ਼ਨ ਕਰਦੇ ਹੋ। ਉਂਝ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਥਾਂ ਨੇ ਉਹ ਸਤਿਗੁਰਾਂ ਦੇ ਮਾਲਵੇ ਦੀ ਧਰਤੀ ਤੇ ਨੇ। ਸਭ ਤੋਂ ਜ਼ਿਆਦਾ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਦੀ, ਮੈਂ ਥੋੜ੍ਹੀ ਜਿਹੀ ਹਿਸਟਰੀ ਪਹਿਲਾਂ ਆਪ ਨੂੰ ਅਰਜ਼ ਕਰਨ ਲੱਗਾ, ਉਹ ਮਾਲਵੇ ਦੀ ਧਰਤੀ ਤੇ ਹੈ। ਉਸ ਤੋਂ ਬਾਅਦ ਇੱਕ ਪੋਥੀ ਹੈ, ਉਸ ਦਾ ਨਾਮ ਹੈ ਸਾਖੀ ਪੋਥੀ ਮਾਲਵਾ ਰਟਨ ਕੀ। ਉਹਦੇ ਵਿੱਚ ਹਜ਼ੂਰ ਦੀਆਂ ਸਾਖੀਆਂ ਦਿੱਤੀਆਂ ਨੇ। ਉਸ ਤੋਂ ਬਾਅਦ ਸਤਿਗੁਰੂ ਪੂਰਬ ਨੂੰ ਜਾਂਦੇ ਆ। ਪੂਰਬ ਦਾ ਜ਼ਿਕਰ ਗੁਰੂ ਗੋਬਿੰਦ ਸਿੰਘ ਜੀ ਕਰਦੇ ਆ। ਮੁਰਪਿਤ ਪੂਰਬ ਕੀਸ ਪਿਆਨਾ, ਪੂਰਬ ਦੀ ਧਰਤੀ ਦਾ ਜ਼ਿਕਰ ਕਰਦੇ ਆ। ਭਾਂਤ ਭਾਂਤ ਕੇ ਤੀਰਥ ਨਾਨਾ, ਜਾਬੀ ਜਾਤ ਤਰਬੈਣੀ ਭੈ, ਪੁੰਨ ਦਾਨ ਦਿਨ ਕਰਤ ਬਤੈ, ਤਈ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਵ ਲਿਓ। ਉੱਥੇ ਇੱਕ ਤਰਬੈਣੀ ਦਾ ਜ਼ਿਕਰ, ਪੂਰਬ ਦਾ ਜ਼ਿਕਰ, ਤੇ ਉਸ ਤੋਂ ਬਾਅਦ ਮਹਾਰਾਜ ਪਟਨੇ ਦਾ ਜ਼ਿਕਰ ਕਰਦੇ ਆ। ਮੈਂ ਬੇਨਤੀ ਕਰਾਂ, ਹਜ਼ੂਰ ਪਟਨੇ ਪਰਿਵਾਰ ਨੂੰ ਰੋਕ ਦਿੰਦੇ ਆ। ਆਪ ਸਤਿਗੁਰੂ ਅਸਾਮ ਤੇ ਢਾਕੇ ਦੀ ਧਰਤੀ ਨੂੰ ਜਾਂਦੇ ਆ। ਉਸ ਤੋਂ ਬਾਅਦ ਫਿਰ ਵਾਪਸ ਆਉਂਦੇ ਆ, ਆਪਣੇ ਸਾਹਿਬਜ਼ਾਦੇ ਨੂੰ ਮਿਲਦੇ ਆ। ਇਹ ਆਉਣ ਵਾਲੇ ਦਿਨਾਂ 'ਚ ਮੈਂ ਅਰਜ਼ ਕਰਾਂਗਾ, ਮਿਲਦੇ ਆ। ਉਸ ਤੋਂ ਬਾਅਦ ਆਨੰਦਪੁਰ ਸਾਹਿਬ ਦੀ ਧਰਤੀ ਆਉਂਦੀ ਹੈ। ਭਾਵਾਂ ਕਿ ਪੂਰਬ ਵੱਲ ਜਾਣ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਨੇ ਮਾਖੋਵਾਲ ਥਾਂ ਖਰੀਦ ਲਈ ਸੀ, ਕਿਉਂਕਿ ਜਿਹੜਾ ਆਨੰਦਪੁਰ ਸਾਹਿਬ ਆਪ ਨੂੰ ਪਤਾ ਹੋਣਾ ਹੈ, ਇਹ ਕਿਸੇ ਦੀ ਦਾਨ ਕੀਤੀ ਜਗ੍ਹਾ ਨਹੀਂ, ਇਹ ਸਤਿਗੁਰੂ ਗੁਰੂ ਤੇਗ ਬਹਾਦਰ ਨੇ ਆਪ ਖਰੀਦੀ ਹੈ। ਖਾਲਸੇ ਦੀ ਜਨਮ ਭੂਮੀ ਜਿਹੜੀ ਹੈ,
इस दा पहला नाम सी माखोवाल। हजूर ने मोड़ी गडाई भाई गुरदित्ते तो। मैं एक शब्द बाबा गुरदित्ता वरतांगा, ਇਹਦਾ अर्थ गुरु हरगोबिंद साहिब महाराज जी का वड्डा बेटा। जदों मैं भाई गुरदित्ता वरतांगा, ਇਹਦਾ मतलब बाबा बुढ़ा साहिब की अंश बंश विचों। उन्होंने फिर इस आनंदपुर शहर की मोड़ी गड्डी, ਇਹਦਾ नाम रखा गया ਚੱਕ नानकी। फिर गुरु गोबिंद सिंह महाराज जदों आए, उन्होंने अपनी पवित्र रचना च एक बचन किया। हजूर बचन करदे, मदर देश हमको ले आए, भांत भांत दयन दुलराए, किन्नी अनक भांत रक्षा, दीनी भांत भांत की शिक्षा, जब हम कर्म धर्म हो आए, देवलोक ता पिता सिधाए। मदर देश का जिक्र किया महाराज जी ने। मैं आपनू बेनती करा कि गुरु तेग बहादुर साहब आनंदपुर साहब तो चलते आ, दिल्ली शहादत का जाम पींदे आ। एक होर बेनती करके आने वाले दिनों च असीं देखांगे, जिहड़े दो दीवान ने गुरु तेग बहादुर साहब, एक दे उन्हां दे अस्थान ने जिहड़े 5 तत्तां दा शरीर, मैं लफ्ज वरतना पिया शरीर, पर एक गल चेते रखियो, गुरु शरीर दे बंधन तो मुक्त हुंदा है। असीं पुरब मनाने, कह देने महाराज जी का अज आगमन दिन है, अज महाराज जी का ज्योति जोतक है, पर जे रूहानीयत के तौर पर देखो, ना गुरु कदी जमदा है ते ना गुरु कदी मरदा है। सतगुर मेरा सदा सदा ना आवे ना जाए। भट्टा ने बचन किया, हरबंस जगत जस संचरियो, सो कवन कह श्री गुरु मोयो। भट्ट सबान जी की बाणी है। हजूर गुरु तेग बहादुर साहब जिथे 5 तत्तां दे चोले च गए, जिथे दिछे चरण पे, वो स्थान कायम ने। एक विलक्षणता उन्हां दी हिस्टरी विच कि गुरु तेग बहादुर साहब शहीद हो जाते आ। एक तो उन्हां दी यात्रा है शहादत का पेंडा, ते शहीद होने तो बाद एक सफ़र होर भी है जिन्हों असी सीस का पेंडा कहने आ। भाई जैता साहब जिथों जिथों सीस लैके लंघे आ, उंज 5-6 सावां ने साडे कोल। चांदनी चौंक तो चुकते आ सीस 11 नवंबर नूं। 12 नवंबर रात जदों दिन चढ़दा है, असी जाने मेरठ नूं दिल्ली तो, उहदे च एक शहर हुंदा बागपत, उत्थे सवेरे रुकदे आ, रात थोड़ा समा रुकदे आ। बागपत तो सीस चुकदे आ, सतगुरां दा सीस सीने नाल ला के तरावड़ी पहुंचदे आ, हरियाणे भी जिथे अजकल। तरावड़ी तो सीस चुकदे आ ते अंबाले पहुंचदे आ, माजरी महल्ला। अंबाले तो सीस चुकदे आ ते जिथे गुरुद्वारा नाभा साहिब है, क्योंकि चंडीगढ़ के एक पासे नाडा साहिब, एक पासे नाभा साहिब है। नाभा साहिब पहुंचते आ, नाभा साहिब तो सीस चुकते आ सतगुरां दा सीस सन्मान नाल, ते कीरतपुर साहिब पहुंचते आ। कीरतपुर साहिब गुरु गोबिंद राय पिता दा सीस लाउण आउंदे आ। 11 नवंबर की शाम का चलिया, 17 नवंबर 1675 नूं शाम नूं गुरु तेग बहादुर दे सीस का संस्कार आनंदपुर साहिब हुंदा है, जिथे गुरुद्वारा सीसगंज साहिब है। मैं सिर्फ संखेप जी एक बेनती की है। मेरी इच्छा सी कि आप नाल भी गुरु जिथे भी जाओ गुरु तेग बहादुर साहिब जी दे सी गीत गाइए। सतगुरु जी तकरीबन उन्हां दी जिहड़ी गुरगद्दी दा समा है 11 साल बनदा है। 1664 नूं गुरता गद्दी ते विराजमान हुंदे आ, 1675 नूं हजूर शहीद हो जाते हैं। इन्हां 11 सालां दे विच गुरु तेग बहादुर साहब जिहड़ी रब्बी बाणी, परमेश्वर दी बाणी जिहड़ी अपनी रसना तो उचारण करदे आ, वो गुरु ग्रंथ साहिब दे 15 रागां दे विच दर्ज है। हजूर सच्चे पातशाह एक राग जैजावंती, भाई साहब जानते हैं, सिर्फ गुरु तेग बहादुर साहब का उचारण किया है। बाकी जिहड़े 14 राग ने वो सतगुरां ने पहले गुरु साहबान ने जिहड़े वरते ने उन्हां नूं ही आधार बना के बाणी उचारण की। थोड़ी जी बेनती सुनियो। ये मैं तां कहा कि जिस दिन सतगुरां दा शहादत वाला दिन होवे, मैं कहना हुन्ना जे सतगुरु दी बाणी दा बोल के पाठ करिए ना, 59 शब्द ते 57 श्लोक ने, तकरीबन टेक के पाठ करो, 1.25 घंटे च सतगुरु दी सारी बाणी दा पाठ हो जाता है। गुरु तेग बहादुर साहब दे 59 शब्द ते 57 श्लोक। दास बेनती करेगा भावना वाले हो, जे मान लो शब्द वैसे तो चाहिए
ਜੇ ਨਹੀਂ ਤੇ ਸ਼ਲੋਕਾਂ ਦਾ ਪਾਠ ਕਰੋ, 15 ਮਿੰਟ ਨਹੀਂ ਲੱਗਦੇ। ਸੱਚ ਇਹ ਵੇ ਸ਼ਲੋਕ ਗੁਰੂ ਤੇਗ ਬਹਾਦਰ ਦੀ ਬਾਣੀ ਦਾ ਤੱਤ ਨੇ। ਹਜ਼ੂਰ ਨੇ 59 ਸ਼ਬਦ, 57 ਸ਼ਲੋਕ, ਤੇ ਫਿਰ ਅਗਲੀ ਗੱਲ, ਉਹਨਾਂ ਨੇ ਜਿੰਨੀ ਭਾਸ਼ਾ ਵਰਤੀ ਹੈ, ਫਾਰਸੀ ਜ਼ਿਆਦਾ ਨਹੀਂ ਵਰਤੀ, ਕਿਉਂਕਿ ਜ਼ਿਆਦਾਤਰ ਗੁਰੂ ਗ੍ਰੰਥ ਸਾਹਿਬ ਵਿੱਚ ਅਰਬੀ ਤੇ ਫਾਰਸੀ। ਮੈਂ ਇਹ ਨਹੀਂ ਕਿ ਵਾਹਿਗੁਰੂ ਜੀ ਆਪ ਜੀ ਨੂੰ ਕੋਈ ਪ੍ਰੋਫੈਸਰ ਬਣ ਕੇ ਸੁਣਾ ਰਿਹਾ, ਮੇਰੀ ਇੱਛਾ ਹੈ ਵੀ ਸਤਿਗੁਰੂ ਦੀ ਬਾਣੀ ਦੀ ਸਿਫਤ ਕਰਨ ਲੱਗਿਆ। ਸਤਿਗੁਰਾਂ ਨੇ ਤਕਰੀਬਨ ਜਿਹੜੀ ਭਾਸ਼ਾ ਹੈ ਉਹ ਹਿੰਦੀ ਵਰਤੀ ਹੈ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੇ, ਕਿਉਂਕਿ ਹਿੰਦੀ ਜਿਹੜੀ ਹੈ ਉਹ ਸਾਨੂੰ 3 ਹਿੱਸਿਆਂ 'ਚ ਮਿਲਦੀ ਹੈ। ਇੱਕ ਤੇ ਖਾਸ ਕਰਕੇ ਅਵਧੀ ਮਿਲਦੀ ਹੈ, ਦੂਸਰੀ ਸੀ ਦੇਵਨਾਗਰੀ ਕਹਿੰਦੇ ਹੈ ਨਾ, ਇਹ ਸ਼ਬਦ, ਇਹ ਇੱਕ ਬ੍ਰਜ ਭਾਸ਼ਾ ਹੈ। ਜਿਹੜੀ ਬ੍ਰਜ ਭਾਸ਼ਾ ਹੈ ਇਹ ਮਥੁਰਾ ਦੇ ਨੇੜੇ ਬੋਲੀ ਜਾਂਦੀ, ਜਿਹੜਾ ਯੂਪੀ ਵਿੱਚ ਮਥੁਰਾ ਹੈ ਇਹਦੇ ਨੇੜੇ ਜਿਹੜੀ ਭਾਸ਼ਾ ਬੋਲੀ ਜਾਂਦੀ ਹੈ ਹਿੰਦੀ ਨਾਲ ਸੰਬੰਧਿਤ, ਇਹਨੂੰ ਬ੍ਰਜ ਭਾਸ਼ਾ ਕਹਿੰਦੇ ਆ। ਤੇ ਮੈਂ ਤਾਂ ਆਪ ਨੂੰ ਕਹਿ ਰਿਹਾ ਕਿਉਂਕਿ ਸਿੱਖ ਸਾਹਿਤ ਜਿਤਨਾ ਵੀ ਹੈ ਗੁਰਮੁਖੀ ਵਿੱਚ ਉਹ ਤਕਰੀਬਨ ਬ੍ਰਜ ਭਾਸ਼ਾ ਦੇ ਵਿੱਚ ਹੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਭਾਸ਼ਾ ਬਹੁਤ ਵਰਤੀ ਜੀ, ਬ੍ਰਜ ਭਾਸ਼ਾ ਬਹੁਤ ਵਰਤੀ। ਉਂਝ ਮਹਾਰਾਜ ਬ੍ਰਜ ਭਾਸ਼ਾ, ਸੰਸਕ੍ਰਿਤ, ਰੇਖਤਾ, ਅਰਬੀ ਔਰ ਫਾਰਸੀ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੀ ਬਾਣੀ ਜ਼ਿਆਦਾਤਰ ਜਿਹੜੀ ਹੈ ਉਹ ਬ੍ਰਜ ਭਾਸ਼ਾ ਦੇ ਵਿੱਚ ਉਚਾਰਨ ਕੀਤੀ ਹੈ। ਗੁਰੂ ਤੇਗ ਬਹਾਦਰ ਸਾਹਿਬ ਨੇ, ਉਹਨਾਂ ਨੇ ਫਾਰਸੀ ਅਰਬੀ ਬੜੀ ਘੱਟ ਵਰਤੀ ਹੈ। ਦੂਜੀ ਗੱਲ, ਉਹਨਾਂ ਦੀ ਸਾਰੀ ਬਾਣੀ 'ਚ 59 ਸ਼ਬਦਾਂ ਦੇ ਦਰਸ਼ਨ ਕਰਦੇ ਹਾਂ। ਇਹ ਇੱਕ ਹੋਰ ਵਿਲੱਖਣਤਾ ਹੈ ਕਿ ਸਾਰੇ ਸ਼ਬਦਾਂ ਵਿੱਚ ਪਹਿਲੀਆਂ ਤੁਕਾਂ ਹੀ ਰਹਾਉ ਦੀਆਂ ਤੁਕਾਂ ਨੇ। ਆਪ ਜੀ 59 ਸ਼ਬਦ ਪੜ੍ਹੋਗੇ ਜਦੋਂ, ਕਿਉਂਕਿ ਕੁਝ ਸ਼ਬਦ ਐਸੇ ਨੇ ਜਿਨ੍ਹਾਂ ਦਾ ਇੱਕ ਪਦਾ ਸੰਪੂਰਨ ਹੁੰਦਾ ਹੈ ਤੇ ਫਿਰ ਰਹਾਉ ਦੀਆਂ ਤੁਕ ਆਉਂਦੀ ਹੈ। ਜਿਵੇਂ ਅਸੀਂ ਪਹਿਲਾ ਪਾਠ ਕਰਨੇ ਆ, ਪਹਿਲੇ ਸ਼ਬਦ ਦਾ, ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਖੋਹੈ ਜੜਾਓ, ਕਸਤੂਰ ਕੁੰਗੂ ਅਗਰ ਚੰਦਨ, ਲੀਪ ਆਵੈ ਚਾਓ, ਮਤ ਦੇਖ ਭੂਲਾ ਵੀਸਰੈ, ਤੇਰਾ ਚਿਤ ਨਾ ਆਵੈ ਨਾਉ। ਇੱਕ ਪਦਾ ਸੰਪੂਰਨ ਹੋ ਗਿਆ। ਇਸ ਤੋਂ ਅੱਗੇ ਆਉਂਦਾ, ਖਰਬਿਨ ਜੀਓ ਜਲਬਲ ਜਾਓ, ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾਹੀ ਥਾਉ ਰਹਾਓ। ਇਹ ਜਿਹੜੀ ਰਹਾਓ ਆਈ, ਮੈਂ ਕਹਿਣ ਤੋਂ ਮਤਲਬ ਪਹਿਲਾਂ ਇੱਕ ਪਦਾ ਸ਼ਬਦ ਦਾ ਸੰਪੂਰਨ ਹੋ ਗਿਆ, ਬਾਅਦ ਵਿੱਚ ਰਹਾਓ ਦੀਆਂ ਤੁਕਾਂ ਆਈਆਂ। ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ 'ਚ ਐਸਾ ਨਹੀਂ। ਗੁਰੂ ਤੇਗ ਬਹਾਦਰ ਸਾਹਿਬ ਦਾ ਹਰ ਸ਼ਬਦ ਜਿਹੜਾ 59 ਸ਼ਬਦ ਪਹਿਲੀਆਂ ਤੁਕਾਂ ਹੀ ਰਹਾਓ ਦੀਆਂ ਤੁਕਾਂ ਨੇ ਸਾਰੀ ਬਾਣੀ ਦੇ ਅੰਦਰ। ਉਹਨਾਂ ਫਾਰਸੀ ਨਹੀਂ ਵਰਤੀ, ਪਰ 10 ਪਾਤਸ਼ਾਹੀਆਂ ਵਿੱਚੋਂ ਕੇਵਲ ਗੁਰੂ ਤੇਗ ਬਹਾਦਰ ਸਾਹਿਬ ਨੇ ਜਿਨ੍ਹਾਂ ਦਾ ਨਾਮ ਫਾਰਸੀ ਵਿੱਚੋਂ ਹੈ। ਤੇਗ ਸ਼ਬਦ ਵੀ ਫਾਰਸੀ ਦਾ ਤੇ ਬਹਾਦਰ ਸ਼ਬਦ ਜਿਹੜਾ ਇਹ ਵੀ ਫਾਰਸੀ ਦਾ ਹੈ। ਆਓ ਮੈਂ ਜਿਹੜੀ ਬੇਨਤੀ ਕਰਨੀ, ਕਿਉਂਕਿ ਅਕਸਰ ਸਾਡੀ ਜ਼ਬਾਨ ਤੇ ਸ਼ਬਦ ਸਭ ਦੇ ਰਹਿੰਦਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਬੈਰਾਗਮਈ ਬਾਣੀ ਹੈ। ਕੋਈ ਸ਼ੱਕ ਨਹੀਂ, ਉਹਨਾਂ ਦੀ ਰਚਨਾ ਬੈਰਾਗਮਈ ਹੈ। ਇਹ ਵੀ ਸੱਚ ਹੈ ਗੁਰੂ ਤੇਗ ਬਹਾਦਰ ਬਹੁਤ ਘੱਟ ਬੋਲਦੇ ਸਨ, ਜ਼ਿਆਦਾ ਨਹੀਂ ਸਨ ਬੋਲਦੇ। ਇਹ ਵੀ ਸੱਚ ਹੈ ਕਿ ਉਹਨਾਂ ਦੀਆਂ ਅਨੇਤਰ ਜਿਹੜੇ ਨੇ, ਜੋ ਸਾਡਾ ਇਤਿਹਾਸ ਕਹਿੰਦਾ, ਗਿਆਨੀ ਗਿਆਨ ਸਿੰਘ ਲਿਖਦਾ ਹੈ, ਗੁਰੂ ਤੇਗ ਬਹਾਦਰ ਸਾਹਿਬ ਦੇ ਦੋਨੋਂ ਨੇਤਰ ਜਿਹੜੇ ਨੇ, ਇਹਨਾਂ ਦੀਆਂ ਕੋਰਾਂ ਦੋਨਾਂ ਅੱਖਾਂ ਦੀਆਂ ਨੇਤਰਾਂ ਦੀਆਂ ਇਹ ਸ਼ਵੇਤ ਰੰਗ ਦੀਆਂ ਹੋ ਗਈਆਂ ਸਨ, ਇਹ ਪਾਸੇ ਚਿੱਟੇ, ਸਕਿਨ ਚਿੱਟੀ ਹੋ ਗਈ ਸੀ। ਬੈਰਾਗ ਵਿੱਚ ਰਹਿਣਾ, ਨੇਤਰਾਂ ਵਿੱਚੋਂ ਨੀਰ ਦੀ ਨਿਰੰਤਰ ਵਹੀ ਜਾਣਾ। ਇਹ ਗੱਲ ਸੱਟਣ ਵਾਲੀ ਨਹੀਂ। ਮੇਰੀ ਬੇਨਤੀ ਫਿਰ ਧਿਆਨ ਨਾਲ ਸੁਣਿਓ। ਮੈਂ ਚਲੋ ਸ਼ਬਦ ਨੀਰ ਵਰਤਿਆ, ਉਂਝ ਤੁਸੀਂ ਆਸਾ ਕੀ ਵਾਰ ਵਿੱਚ ਪਹਿਲਾ ਜਿਹੜਾ ਛੰਦ ਪੜ੍ਹਦੇ ਹੋ ਉਹਦੇ ਵਿੱਚ ਗੁਰੂ ਰਾਮਦਾਸ ਆਪਣੇ ਨੇਤਰਾਂ ਦਾ ਜ਼ਿਕਰ ਕਰਦੇ ਆ, ਪਰ ਉਹ ਪਾਣੀ ਨਹੀਂ ਕਹਿੰਦੇ, ਉਹ ਅੰਮ੍ਰਿਤ ਸ਼ਬਦ ਵਰਤਦੇ ਆ। ਹਰ ਅੰਮ੍ਰਿਤ ਭਿੰਨੇ ਲੋਇਣਾ, ਮਨ ਪ੍ਰੇਮ ਰਤਨਾ ਰਾਮ ਰਾਜੇ, ਮਨ ਰਾਮ ਕਸਵੱਟੀ ਲਾਇਆ ਕੰਚਨ ਸੁਵਿੰਨਾ, ਗੁਰਮੁਖ ਰੰਗ ਚਲੂਲਿਆ ਮੇਰਾ ਮਨ ਤਨੂੰ ਪਿਨਾ। ਮੇਰਾ ਸ਼ਬਦ ਵਰਤਿਆ, ਇਹਦਾ ਮਤਲਬ ਮੇਰਾ ਸ਼ਬਦ ਜਿਹੜਾ ਹੈ ਇਹ ਗੁਰੂ ਰਾਮਦਾਸ ਮਹਾਰਾਜ, ਉਹਨਾਂ ਨੇ ਆਪਣੀ ਉਸ ਆਤਮਿਕ ਅਵਸਥਾ ਨੂੰ, ਉਸ ਦਸ਼ਾ ਨੂੰ ਬਿਆਨ ਕੀਤਾ ਵੀ ਅੱਖਾਂ 'ਚ ਪਾਣੀ, ਚਲੋ ਮੈਂ ਸ਼ਬਦ ਵਰਤ ਰਿਹਾ, ਪਰ ਉਹਨਾਂ ਦੇ ਨੇਤਰ ਅੰਮ੍ਰਿਤ ਭਿੰਨੇ ਨੇਤਰ ਹਰ ਵੇਲੇ ਹੀ ਭਿੱਜੇ ਰਹਿੰਦੇ ਸਨ। ਦੂਜਾ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਉਹਨਾਂ ਦੇ ਨੇਤਰਾਂ 'ਚੋਂ ਨਿਰੰਤਰ ਨੀਰ ਵਹਿਣਾ, ਆਕੋਰ ਦੋਨੋਂ ਚਿੱਟੀਆਂ ਸਨ। ਅਸੀਂ ਪਾਠ ਜਦੋਂ ਕਰਨੇ ਆ ਸਾਰੇ ਕਹਿੰਦੇ ਆ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ 'ਚ ਬੈਰਾਗ ਹੈ। ਮੈਂ ਕਈ ਵਾਰੀ ਇਹਦੀ ਕਥਾ ਕੀਤੀ, ਨਹੀਂ ਗੁਰਮੁਖੋ, ਸਭ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਵਿੱਚ ਤਿਆਗ ਹੈ।
ਬਾਣੀ ਵਿੱਚ ਮੈਂ ਕਹਿ ਰਿਹਾ। ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿੱਚ ਬੈਰਾਗ ਹੈ, ਤਿਆਗ ਹੈ, ਬੈਰਾਗ ਹੈ। ਤੀਸਰਾ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਵਿੱਚ ਅਨੁਰਾਗ ਹੈ। ਜੇ 3 ਸ਼ਬਦ ਅਸੀਂ ਲੈ ਲਾਂਗੇ ਤੇ ਸੌਖੇ ਹੋਣਗੇ ਅਰਥ ਕਰਨੇ। ਤਿਆਗ, ਬੈਰਾਗ। ਤਿਆਗ ਦੇ ਅਰਥ ਆਪਾਂ ਸਮਝ ਗਏ ਵੀ ਤਿਆਗਣਾ, ਛੱਡਣਾ। ਬੈਰਾਗ ਦਾ ਅਰਥ ਹੈ ਅਪਰਾਮਤਾ। ਤੇ ਜਿਹੜਾ ਸ਼ਬਦ ਅਨੁਰਾਗ ਮੈਂ ਵਰਤਿਆ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਬੜੀ ਵਾਰੀ ਵਰਤਿਆ। ਜਤਰ ਤਤਰ ਦਿਸ਼ਾ ਵਿਸ਼ਾ ਹੋਏ ਫੈਲਿਓ ਅਨੁਰਾਗ। ਅਨੁਰਾਗ ਦਾ ਲਫ਼ਜ਼ੀ ਅਰਥ ਹੈ ਜੀ ਪ੍ਰੇਮ। ਮਹਾਰਾਜ ਜੀ ਦੀ ਬਾਣੀ 'ਚ ਤਿਆਗ ਹੈ, ਬੈਰਾਗ ਹੈ। ਤੀਸਰਾ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਵਿੱਚ ਅਨੁਰਾਗ ਹੈ। ਸਭ ਤੋਂ ਪਹਿਲਾ ਜਿਹੜਾ ਸ਼ਬਦ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ, ਸ੍ਰੀ ਰਾਗ ਵਿੱਚ ਸਤਿਗੁਰਾਂ ਦੀ ਬਾਣੀ ਨਹੀਂ, ਮਾਝ ਵਿੱਚ ਬਾਣੀ ਨਹੀਂ। ਸਤਿਗੁਰਾਂ ਦੀ ਬਾਣੀ ਸ਼ੁਰੂ ਹੁੰਦੀ ਹੈ ਗੌੜੀ ਰਾਗ ਵਿੱਚ, ਤੇ ਗੌੜੀ ਰਾਗ ਵਿੱਚ ਸਤਿਗੁਰਾਂ ਦਾ ਪਹਿਲਾ ਅੰਮ੍ਰਿਤ ਬਚਨ ਹੈ, ਸਾਧੋ ਮਨ ਕਾ ਮਾਨ ਤਿਆਗੋ। ਮੈਂ ਤਾਂ ਕਿਹਾ ਵੀ ਮੈਂ 3 ਸ਼ਬਦ ਲੈਣੇ ਨੇ, ਤਿਆਗ, ਬੈਰਾਗ ਤੇ ਅਨੁਰਾਗ। ਇਹ ਸਾਰੇ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਤੇ ਗੁਰੂ ਸਾਹਿਬ ਦੀ ਬਾਣੀ ਚੋਂ ਪੜਾਂਗੇ। ਦੇਖੋ, ਪਹਿਲੀਆਂ ਰਹਾਉ ਦੀਆਂ ਤੁਕਾਂ ਨੇ ਤਿਆਗ ਦੀਆਂ। ਉਂਝ ਜੇ ਪਾਠ ਕਰੋ, ਪਹਿਲਾ ਤਿਆਗ ਕਹਿੰਦੇ ਆ। ਉਹਨਾਂ ਦੇ ਹਜ਼ੂਰ ਦਾ ਅਖੀਰ ਵਾਲਾ ਜਿਹੜਾ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਉੱਥੇ ਪਕੜਨ ਦੀ ਗੱਲ ਕਰਦੇ ਆ। ਪਹਿਲਾਂ ਸਾਧੋ ਮਨ ਕਾ ਮਾਨ ਤਿਆਗੋ। ਅਖੀਰਲਾ ਸ਼ਲੋਕ ਹੈ, ਰਾਮ ਨਾਮ ਉਰਮੈ ਗਇਓ। ਗਇਓ ਦਾ ਅਰਥ ਪਕੜਨਾ। ਤੂੰ ਮਾਨ ਨੂੰ ਤਿਆਗ ਦੇ ਤੇ ਨਾਮ ਨੂੰ ਘੁੱਟ ਕੇ ਪਕੜ ਲੈ। ਤੇ ਕੱਲਾ ਮਾਨ ਨਹੀਂ ਕਿਹਾ, ਕੁਝ ਹੋਰ ਵੀ ਨਾਲ ਕਿਹਾ। ਇੱਥੇ ਲਫ਼ਜ਼ ਸਾਧੋ ਵਰਤੇ ਹੈ। ਮੈਂ ਸਿਰਫ ਪਹਿਲੀ ਤੋਕੀ ਲਾਂਗਾ, ਸਾਧੋ ਮਨ ਕਾ ਮਾਨ ਤਿਆਗੋ। ਸਾਧੋ ਦਾ ਅਰਥ ਹੈ ਭਲੇ ਪੁਰਖੋ, ਚੰਗੇ ਬੰਦਿਓ। ਮੇਰੀ ਇਸ ਗੱਲ ਨੂੰ ਧਿਆਨ ਨਾਲ ਫਿਰ ਸੁਣਿਓ। ਸਾਧਾਂ ਨੂੰ ਕਿਹਾ, ਮਨਮੁਖਾਂ ਨੂੰ ਨਹੀਂ ਕਿਹਾ, ਸਾਕਤ ਨੂੰ ਨਹੀਂ ਕਿਹਾ। ਇੱਥੇ ਇੰਨੀ ਬਰੀਕ ਗੱਲ ਗੁਰੂ ਤੇਗ ਬਹਾਦਰ ਸੱਚੀ ਸਰਕਾਰ ਨੇ ਕੀਤੀ, ਕਿਉਂਕਿ ਸਾਧਨਾ ਕਰਨ ਵਾਲਾ ਵੀ ਸੂਖਸ਼ਮ ਮਾਨ ਦੇ ਵਿੱਚ ਫਸ ਜਾਂਦਾ ਤੇ ਅੰਦਰ ਦਾ ਰਸ ਗਵਾਚ ਜਾਂਦਾ ਹੈ। ਇੱਥੇ ਸਾਧੋ ਕਿਹਾ, ਇਹ ਤਨ ਦਾ ਮਾਨ ਨਹੀਂ ਕਿਹਾ, ਇੱਥੇ ਮਨ ਦਾ ਮਾਨ ਕਿਹਾ। ਅਸੀਂ ਦੇਖਦੇ ਹਾਂ ਬਾਣੀ ਚੋਗੇ। ਸਾਧੋ ਇਹਦਾ ਅਰਥ ਹੈ ਭਲੇ ਪੁਰਖੋ, ਮਨ ਕਾ ਮਾਨ ਤਿਆਗੋ। ਆਪਣੇ ਮਨ ਦੇ ਮਾਨ ਨੂੰ, ਹੰਕਾਰ ਨੂੰ, ਖੌਮੇ ਨੂੰ ਤਿਆਗ ਦਿਓ। ਦੂਸਰਾ ਬਚਨ, ਇੱਕ ਹੋਰ ਚੀਜ਼ ਤਿਆਗੋ, ਕਾਮ, ਕ੍ਰੋਧ, ਇਹਦੇ ਫੁਰਨੇ ਤਿਆਗ ਦਿਓ। ਕਿਉਂਕਿ ਸਾਧਨਾ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਇਹ 3 ਚੀਜ਼ਾਂ ਨੇ। ਮਹਾਰਾਜ ਸਾਨੂੰ ਪਹਿਲੇ ਸ਼ਬਦ 'ਚ ਦੱਸ ਰਿਹਾ ਕਿ ਸਾਧਨਾ ਵਿੱਚ ਰੁਕਾਵਟ ਕੀ ਹੈ। ਸਾਧਨਾ ਦਾ ਮਤਲਬ ਜਿਹੜਾ ਬੰਦਾ ਕਮਾਈ ਕਰ ਰਿਹਾ। ਸਾਧੋ ਮਨ ਕਾ ਮਾਨ ਤਿਆਗੋ, ਕਾਮ, ਕ੍ਰੋਧ, ਸੰਗਤ, ਦੁਰਜਨ ਕੀ। ਕਾਮ ਦੇ ਫੁਰਨੇ, ਕ੍ਰੋਧ ਦੇ ਫੁਰਨੇ ਤੇ ਆਪਣੀ ਜ਼ਿੰਦਗੀ 'ਚ ਪੱਕਾ ਧਾਰਨ ਕਰ ਲੈ। ਜਿਹੜੇ ਬੰਦੇ ਦੁਰਜਨ ਨੇ, ਰੱਬ ਤੋਂ ਟੁੱਟੇ ਨੇ, ਉਹਨਾਂ ਦੀ ਸੰਗਤ ਵਿੱਚ ਬੈਠਣ ਤੋਂ ਗੁਰੇਜ਼ ਕਰਨਾ ਹੈ। 4 ਬਚਨ ਕਹੇ, ਮਾਨ ਛੱਡ ਦੇ, ਕਾਮ ਕ੍ਰੋਧ ਛੱਡ ਦੇ, ਦੁਰਜਨ ਕੀ ਸੰਗਤ। ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ, ਤਾ ਤੇ ਅਹਨਸ ਭਾਗੋ। ਜਿਹੜੇ ਸੱਜਣ ਗ੍ਰਾਮਰ ਗੁਰਬਾਣੀ ਦੀ ਜਾਣਦੇ ਆ, ਵੇਖੋ ਮੈਂ ਇੱਕ ਵਾਰੀ ਕਿਹਾ ਸੀ, ਜਦੋਂ ਦਾ ਪਾਠ ਕਰਨੇ ਉਂਝ ਗੁਰਬਾਣੀ ਜਦੋਂ ਤਿਆਗੋ ਸੰਬੋਧ ਕੀ ਪਤਾ ਹੁੰਦਾ ਹੈ ਨਾ। ਤਿਆਗੋ ਤੱਤੇ ਨੂੰ ਸਿਹਾਰੀ, ਐੜੇ ਨੂੰ ਕੰਨਾ, ਗੱਗਾ, ਹਾਏ ਨੂੰ ਔਂਕੜ ਲੱਗੀ ਹੁੰਦੀ ਹੈ। ਤਿਆਗੋ, ਤੁਸੀਂ ਤਿਆਗੋ। ਇੱਥੇ ਸਤਿਗੁਰਾਂ ਦਾ ਜਿਹੜਾ ਤਿਆਗੋ ਸ਼ਬਦ ਹੈ ਨਾ, ਇਹਦੀ ਸਮਾਪਤੀ ਊੜੇ ਨੂੰ ਔਂਕੜ ਨਾਲ ਹੈ। ਪਰ ਅਸੀਂ ਆਪਣੀ ਮਤ ਨਹੀਂ ਵਰਤਣੀ, ਜੋ ਗੁਰੂ ਜੀ ਨੇ ਲਿਖਿਆ ਉਹ ਹੀ ਪੜ੍ਹਨਾ ਹੈ। ਥੋੜਾ ਜਿਹਾ ਫਿਰ ਇਸ ਬੇਨਤੀ ਨੂੰ, ਕਿਉਂਕਿ ਮੈਨੂੰ ਪਤਾ ਹੈ ਇਸ ਸੰਬੰਧੀ ਇੱਕ ਵਾਰੀ ਗੱਲ ਚੱਲੀ ਸੀ ਜੀ, ਤਿਆਗੋ ਹੋਣਾ ਚਾਹੀਦਾ ਗ੍ਰਾਮਰ ਅਨੁਸਾਰ। ਨਹੀਂ, ਬੜਾ ਫਰਕ ਹੈ। ਮੈਂ ਤੁਹਾਨੂੰ ਕਿਹਾ ਗੁਰੂ ਸਾਹਿਬ ਦੀ ਬੋਲੀ ਬ੍ਰਿਜ ਭਾਸ਼ਾ। ਤੁਸੀਂ ਮੈਂ ਸ਼ਬਦ ਗੁਰੂ ਅਰਜੁਨ ਦੇ ਵਰਤਣਗੇ, ਗੁਰੂ ਤੇਗ ਬਹਾਦਰ ਮੈਂ ਸ਼ਬਦ ਬੜਾ ਘੱਟ ਵਰਤਣਗੇ। ਮੈਂ, ਜਿਵੇਂ ਸਗਲ ਬਨਸਪਤ ਮਹਿ ਬੈਸੰਤਰ, ਮੰਮਾ ਹਾਏ ਨੂੰ ਸਿਹਾਰੀ ਮਹਿ ਮਿਲੇਗਾ। ਤੇ ਜਦੋਂ ਗੁਰੂ ਤੇਗ ਬਹਾਦਰ ਵਰਤਣਗੇ ਉਹ ਇਹ ਨਹੀਂ ਵਰਤਣਗੇ, ਉਹ ਮੈਂ ਵਰਤਣਗੇ। ਘੱਟ ਘੱਟ ਮੈਂ ਖਰਜੂ ਬਸੈ ਸੰਤਨ ਕਹੋ ਬੁਕਾਰ। ਮੰਮੇ ਤੇ ਦੁਲਾਵਾਂ ਲੱਗੀਆਂ ਨੇ ਤੇ ਆਮ ਤੌਰ ਤੇ ਮਿਲੇਗਾ ਮੰਮੇ ਖਾਹੇ ਨੂੰ ਸਿਹਾਰੀ, ਮੰਮਾ ਹਾਏ ਨੂੰ ਸਿਹਾਰੀ, ਮੈਂ। ਪਰ ਮੇਰੇ ਮਨ ਚ ਆਇਆ, ਹੁਣ ਅਸੀਂ ਹਰਿਆਣੇ ਚ ਰਹਿੰਦੇ ਹਾਂ,
ਅਗਾਂ ਤੁਸੀਂ ਜਦੋਂ ਦਿੱਲੀ ਨੂੰ ਲੰਘੀਏ, ਮੇਰਾ ਵਾਹ ਪੈਂਦਾ ਸਾਰਿਆਂ ਨਾਲ, ਉਹ ਵੇਖੋ ਬੋਲੀ ਬਦਲ ਜਾਂਦੀ ਹੈ। ਪਰ ਇਹ ਨਾ ਕਰੋ ਵੀ ਜਿਹੜਾ ਬ੍ਰਿਜ ਭਾਸ਼ਾ ਬੋਲਦਾ ਇਹਨੂੰ ਅਸੀਂ ਬਦਲ ਕੇ ਮਾਝੀ ਵਿੱਚ ਲਿਆਉਣਾ ਹੈ, ਇਹ ਕਦੀ ਨਹੀਂ ਹੋ ਸਕਦਾ। ਬੋਲੀ ਬਦਲਦੀ ਹੈ। ਹੁਣ ਤੁਸੀਂ ਬ੍ਰਜ ਭਾਸ਼ਾ 'ਚ ਬੋਲੋ, ਉਹ ਸੂਰਦਾਸ ਨੂੰ ਪੜ੍ਹੋ, ਉਹ ਅਵਧੀ 'ਚ ਲਿਖਦਾ। ਮੈਂ ਕਿਹਾ ਵਾਹਿਗੁਰੂ ਕੋਈ ਆਪਣੀ ਵਿਦਵਤਾ ਨਹੀਂ ਦਿਖਾ ਰਿਹਾ, ਮੈਨੂੰ ਬੜਾ ਡਰ ਲੱਗਦਾ ਇਸ ਗੱਲੋਂ। ਸਿਰਫ ਇਸ ਬੇਨਤੀ ਨੂੰ, ਹੁਣ ਤੁਸੀਂ ਉੱਥੇ ਪੁੱਛੋ, ਸਾਨੂੰ ਕੋਈ ਪੁੱਛੇ ਇਹ ਝੋਲੇ 'ਚ ਕੀ, ਅਸੀਂ ਪੰਜਾਬੀ 'ਚ ਕਹਾਂਗੇ। ਤੇ ਜੇ ਤੁਸੀਂ ਕਿਸੇ ਬ੍ਰਿਜ ਭਾਸ਼ਾ ਨੂੰ ਪੁੱਛੋ, ਹਰਿਆਣਵੀ ਵਿੱਚੋਂ, ਉਹ ਹੀ ਕਹੇਗਾ ਥੈਲੇ ਮੈਂ ਕੈਸਾ। ਉਹ ਮੈਂ ਨਹੀਂ ਬੋਲੇਗਾ, ਉਹ ਮੈਂ ਬੋਲੇਗਾ। ਸਤਿਗੁਰੂ ਜਦੋਂ ਆਪਣੀ ਰਸਨਾ ਤੋਂ ਬੋਲ ਰਹੇ ਆ, ਮੈਂ ਤਾਂ ਕਿਹਾ ਵੀ ਇੱਥੇ ਤਿਆਗੋ ਜਿਹੜਾ ਹੈ ਉਹ ਊੜੇ ਨੂੰ ਔਂਕੜ ਹੈ, ਖਾਹੇ ਨੂੰ ਔਂਕੜ ਨਹੀਂ। ਸਾਧੋ ਮਨ ਕਾ ਮਾਨ ਤਿਆਗੋ। ਭਾਵੇਂ ਮੈਨੂੰ ਪਤਾ ਹੈ ਇਹਦੇ ਗ੍ਰੈਮਰ ਅਨੁਸਾਰ ਅਰਥ ਕਰਾਂਗੇ ਜੀ, ਫਿਰ ਇਹ ਤਾਂ ਫਸਟ ਪਰਸਨ ਚਾਹੀਦਾ, ਸਿਮੇ ਸਿਮਰੋ ਸਿਮਰ ਸਿਮਰ ਸੁਖ ਪਾਓ। ਪਰ ਨਹੀਂ, ਜੋ ਗੁਰੂ ਜੀ ਨੇ ਲਿਖਿਆ ਹੈ ਅਰਥ ਆਪਾਂ ਇਉਂ ਕਰਾਂਗੇ, ਹੇ ਭਲੇ ਪੁਰਖੋ ਸਾਧਨਾ ਕਰਨ ਵਾਲਿਓ ਆਪਣੇ ਮਨ ਦੇ ਮਾਨ ਨੂੰ ਤਿਆਗ ਦਿਓ। ਸਾਧ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਬੜੀ ਵਾਰੀ ਆਇਆ। ਪਰ ਮੈਂ ਆਪ ਗੁਣਾਂ ਦੇ ਗ੍ਰਾਹਕ ਹੋ, ਜਿਹੋ ਜੀ ਬੰਦੇ ਦੀ ਸੋਚ ਹੁੰਦੀ ਏ ਉਹੋ ਜਿਹਾ ਸੰਸਾਰ ਹੈ। ਯਾਦ ਰੱਖਿਓ, ਜੋ ਮੇਰੀ ਬਿਰਤੀ ਹੈ ਮੈਨੂੰ ਤਕਰੀਬਨ 95% ਉਹ ਕੁਝ ਮਿਲੇਗਾ ਜੋ ਕੁਝ ਮੈਂ ਆਪਣੇ ਅੰਦਰ ਲੈ ਕੇ ਬੈਠਾ ਹਾਂ। ਜਿਹੜਾ ਮੇਰਾ ਜੇ ਅੰਦਰ ਸੁਖੀ ਹੈ ਤੇ ਸੁਖੀ ਬੰਦੇ ਟੱਕਰਨਗੇ। ਜੇ ਮੈਂ ਅੰਦਰੋਂ ਕਲਪਿਆ ਹੋਇਆ ਤੇ ਚੇਤੇ ਰੱਖਿਓ ਕਲਪੇ ਹੀ ਟੱਕਰਨਗੇ। ਤੇ ਜੇ ਸੁਖੀ ਵੀ ਟੱਕਰੇਗਾ ਉਹਦੇ ਵਿੱਚ ਵੀ ਕਲਪਾ ਲੱਭਾਂਗਾ। ਮਹਾਰਾਜ ਨੇ ਬਾਣੀ 'ਚ ਕਿਹਾ, ਸੁਖੀ ਹੈ ਕੋ ਪੇਖ ਹੈ ਸਭ ਸੁਖੀਆ, ਰੋਗੀ ਕਹਿ ਭਾਣੈ ਸਭ ਰੋਗੀ। ਜਾਂ ਸਤਿਗੁਰਾਂ ਦਾ ਬਚਨ, ਘਰ ਸੁਖ ਵਸਿਆ ਬਾਹਰ ਸੁਖ ਪਾਇਆ। ਜੋ ਮੇਰੇ ਅੰਦਰ ਹੈ, ਜੋ ਮੇਰੇ ਪਿੰਡ ਵਿੱਚ ਹੈ, ਉਹ ਕੁਝ ਮੈਨੂੰ ਬ੍ਰਹਿਮੰਡ ਵਿੱਚ ਨਜ਼ਰ ਆਏਗਾ। ਪਰ ਇੱਥੇ ਇੱਕ ਦੂਜੇ ਦੇ ਵਿਰੋਧ ਵਿਚਾਰ ਹੋ ਜਾਂਦੇ ਨੇ, ਕਿਉਂਕਿ ਸੋਚ ਆਪੋ ਆਪਣੀ। ਮੈਂ ਇੱਕ ਵਾਰ ਅਰਜ਼ ਕੀਤੀ ਸੀ, ਜੈਸੀ ਦ੍ਰਿਸ਼ਟੀ ਤੈਸੀ ਸ੍ਰਿਸ਼ਟੀ। ਇਹ ਉਦਾਹਰਨ ਸਮਝ ਲਈ ਇੱਕ ਕਹਾਣੀ ਹੈ ਕਿ ਇੱਕ ਰੁੱਖ ਦੇ ਥੱਲੇ 4 ਬੰਦੇ ਬੈਠੇ ਸਨ। ਚਾਰਾਂ ਦੀ ਸੋਚ ਵੱਖਰੀ ਵੱਖਰੀ। ਇੱਕ ਸੀ ਯੋਗੀ, ਇੱਕ ਸੀ ਸੰਗੀਤਕਾਰ, ਇੱਕ ਸੀ ਪੋਇਟਰੀ ਕਵਿਤਾ ਦਾ ਜਾਣਕਾਰ, ਤੇ ਤੀਸਰਾ ਘਰੋਂ ਲੜ ਕੇ, ਚੌਥਾ ਲੜ ਕੇ ਆਇਆ ਸੀ। ਥੋੜੀ ਜਿਹੀ ਹਵਾ ਚੱਲੀ, ਤੇਜ਼ ਹੋਈ ਹਵਾ, ਤੇ ਰੁੱਖ ਦਾ ਪੱਤਾ ਜਿਹੜਾ ਉਹ ਹਵਾ ਦੇ ਜ਼ੋਰ ਨਾਲ ਟਾਹਣੀ ਤੋਂ ਟੁੱਟਾ ਤੇ ਜ਼ਮੀਨ ਤੇ ਡਿੱਗ ਪਿਆ। ਉਸ ਯੋਗੀ ਨੇ, ਬੈਰਾਗੀ ਨੇ ਪੱਤਾ ਪਕੜ ਲਿਆ, ਉਹਦੀਆਂ ਅੱਖਾਂ ਭਰ ਆਈਆਂ, ਰੋਣ ਲੱਗ ਪਿਆ। ਪੁੱਛਿਆ ਕਿਉਂ? ਕਹਿੰਦਾ ਬਸ ਆਹੀ ਸੰਸਾਰ ਦੀ ਰਚਨਾ ਹੈ। ਇਸ ਟੁੱਟੇ ਕੋਈ ਨੇ ਦੁਬਾਰਾ ਨਹੀਂ ਜੁੜਨਾ। ਜਿਹਦੇ ਇੱਕ ਵਾਰੀ ਸਵਾਸ ਤੋਂ ਟੁੱਟ ਗਏ, ਸਰੀਰ ਵਿੱਚੋਂ ਨਿਕਲ ਗਿਆ, ਉਸ ਨਿਕਲੀ ਹੋਈ ਜਿੰਦ ਨੇ ਵੀ ਦੁਬਾਰਾ ਨਹੀਂ ਜੁੜਨਾ। ਇਹ ਸੰਸਾਰ ਕੀ ਸਚਾਈ ਹੈ। ਦੇਖੋ ਬੰਦੇ ਦਾ ਪੱਤਾ ਦੇਖਣ ਦਾ ਤਰੀਕਾ ਕੀ ਹੈ। ਉਂਝ ਵੈਸੇ ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਫਰੀਦ ਨੇ ਸਾਰੀਆਂ ਉਦਾਹਰਨ ਨੇ। ਰੁੱਤ ਫਿਰੀ ਵਣ ਕੰਬਿਆ, ਪੱਤ ਝੜੇ ਚੜ ਪਾਏ, ਚਾਰੇ ਕੁੰਡਾਂ ਢੂੰਡੀਆਂ, ਰਹਿਣ ਕਥਾਉ ਨਾ। ਪੱਤਾ ਡਿੱਗਾ ਉਹਨਾਂ ਵੀ ਦੇਖਿਆ, ਕਹਿਣ ਲੱਗੇ ਲੋਕੋ ਪੱਤ ਝੜ ਆ ਗਈ। ਜਿਵੇਂ ਇਹਨਾਂ ਨਹੀਂ ਟਿਕੇ ਰਹਿਣਾ, ਇਸ ਦੁਨੀਆ 'ਚ ਕਿਸੇ ਵੀ ਨਹੀਂ ਟਿਕੇ ਰਹਿਣਾ। ਉਹਨੇ ਪੱਤਾ ਦੇਖਿਆ। ਦੂਸਰਾ ਸੰਗੀਤਕਾਰ ਬੈਠਾ ਸੀ, ਸੁਰ ਦਾ ਜਾਣੂ ਸੀ। ਜਦੋਂ ਹਵਾ ਲੰਘੇ ਤੇ ਉਹ ਪੱਤਿਆਂ ਦਾ ਖੜਾਕ ਸੁਣਾਈ ਦੇ, ਤੇ ਉਹਨੇ ਧਿਆਨ ਨਾਲ ਦੇਖਿਆ, ਉਹ ਸੁਣਿਆ। ਉਹ ਕਹਿੰਦਾ ਵੇਖੋ ਲੋਕੋ, ਇੱਥੇ ਹਵਾ ਵੀ ਸੰਗੀਤ ਵੀ ਚੱਲਦੀ ਪਈ ਹੈ, ਇਹ ਵੀ ਲੈ ਵੀ ਚੱਲਦੀ ਹੈ। ਉਂਝ ਮੈਂ ਤਾਂ ਕਿਹਾ, ਹੁਣ ਬ੍ਰਾਹਮਣ ਆਰਤੀ ਕਰ ਰਿਹਾ ਦੀਵੇ ਬਾਲ ਕੇ, ਤੇ ਗੁਰੂ ਨਾਨਕ ਸਾਹਿਬ ਬਾਹਰ ਨਿਕਲ ਕੇ ਕਹਿੰਦੇ ਆ ਲੋਕੋ ਤੁਸੀਂ ਕਿਹੜੀਆਂ ਟੱਲੀਆਂ ਵਜਾਉਂਦੇ ਪਿਓ, ਧਿਆਨ ਲਾ ਕੇ ਸੁਣੋ। ਹਰ ਸਰੀਰ ਦੇ ਵਿੱਚ ਉਹਦੀ ਨਾਦ ਪਈ ਸੁਣਾਈ ਦਿੰਦਾ ਹੈ। ਗਗਨ ਮੈਂ ਥਾਲ ਰਬ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲ ਆਨ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ, ਕਿਆ ਕਮਾਲ ਦੀ ਆਰਤੀ ਹੋ ਰਹੀ ਹੈ। ਤੇ ਕੈਸੀ ਦਰ ਤੇ ਵਾਹ, ਕਿਆ ਕਮਾਲ ਦੀ ਆਰਤੀ ਹੋ ਰਹੀ ਹੈ ਨਿਰਗੁਣ ਦੀ। ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ। ਫਿਰ ਬੇਨਤੀ ਸੁਣਿਓ, ਇਹ ਬਾਬਾ ਜੀ ਨੂੰ ਸੁਣਾਈ ਦੇ ਰਿਹਾ, ਸਤਿਗੁਰਾਂ ਨੂੰ। ਅਨਹਤਾ 2 ਸ਼ਬਦ ਨੇ, ਇੱਕ ਆਹਤ ਹੈ, ਇੱਕ ਅਨਾਹਤ ਹੈ। ਸੰਗੀਤ ਨਾਲ ਸੰਬੰਧਿਤ ਸ਼ਬਦ ਹੀ 2 ਨੇ। ਆਹਤ ਦਾ ਅਰਥ ਹੈ ਜਿਹੜਾ ਟਕਰਾਅ ਵਿੱਚੋਂ ਪੈਦਾ ਹੁੰਦਾ ਹੈ। ਭਾਈ ਸਾਹਿਬ ਵਾਜਾ ਵਜਾ ਰਹੇ ਸਨ, ਹਵਾ ਦਾ ਟਕਰਾਈ ਹੈ ਤੇ ਸੁਰ ਨਿਕਲ ਰਿਹਾ।
ਤਬਲਾ ਵਜਾ ਰਹੇ ਸਨ, ਉਂਗਲ ਵੱਜ ਰਹੀ। ਜਿਹੜਾ ਨਾਦ, ਜਿਹੜਾ ਸ਼ਬਦ ਟਕਰਾਅ ਵਿੱਚੋਂ ਪੈਦਾ ਹੁੰਦਾ ਹੈ, ਉਹ ਆਂਤਕ ਹੈ। ਜਿਨ੍ਹਾਂ ਉੱਤੇ ਰੱਬ ਦੀ ਨਜ਼ਰ ਹੁੰਦੀ ਏ, ਉਹਨਾਂ ਅੰਦਰ ਅਨਾਹਤ ਸ਼ਬਦ ਚੱਲਦਾ ਹੈ। ਉਹ ਚਲਾਣਾ ਨਹੀਂ ਪੈਂਦਾ, ਉਹ ਬਿਨਾਂ ਟਕਰਾਓ ਤੋਂ ਅੰਦਰ ਚੱਲਦਾ ਹੈ। ਮਹਾਰਾਜ ਕਹਿੰਦੇ ਆ, ਸੁਣੋ ਤੁਸੀਂ ਭੇਰੀ ਆਵਾਜ਼ ਸੁਣੋ, ਅਨਹਤਾ ਸ਼ਬਦ ਵਾਜੰਤ ਭੇਰੀ। ਆ ਹਰ ਸੀਨੇ ਵਿੱਚ ਅਨਹਤ ਸ਼ਬਦ ਵੱਜ ਰਿਹਾ, ਅਨਾਹਤ ਸ਼ਬਦ ਵੱਜ ਰਿਹਾ। ਕੈਸੀ ਆਰਤੀ ਹੋਏ। ਮੈਂ ਬੇਨਤੀ ਕਰਾਂ, ਉਹਨੇ ਦੇਖਿਆ, ਜ਼ਿਆਦਾ ਗੱਲ ਲਮਕਾਵਾਂ ਨਾ। ਸੰਗੀਤਕਾਰ ਕਹਿੰਦਾ, ਵੇਖੋ ਇਹ ਤੇਜ਼ ਹਵਾ ਸੁਰ 'ਚ ਚੱਲਦੀ ਪਈ। ਜਿਹੜਾ ਕਵਿਤਾ ਵਾਲਾ ਸੀ ਉਹਨੇ ਕਿਹਾ ਮਾਤਰਾ ਵੀ ਹੈ, ਕਿਉਂਕਿ ਲਘੂ ਦੀਰਘ ਮਾਤਰਾ, ਛੰਦ ਦੀ, ਕਵਿਤ ਦੀ, ਦਵਈਏ ਦੀ। ਉਹ ਕਹਿੰਦਾ ਮਾਤਰਾ ਵੀ ਹੈ, ਇਹ ਕਵਿਤਾ ਦੀ ਮਾਤਰਾ ਵੀ ਹੈ, ਇਹ ਛੰਦਾਬੰਦੀ ਚਾਲ ਹੈ। ਤੇ ਜਿਹੜਾ ਲੜ ਕੇ ਆਇਆ ਸੀ ਉਹ ਕਹਿੰਦਾ, ਛੱਡੋ ਆਪਣਾ ਗਿਆਨ ਨਾ ਝਾੜੋ, ਇੱਥੇ ਸਾਰੀ ਦੁਨੀਆ ਲੜਦੀ ਪਈ, ਮੈਂ ਇਕੱਲਾ ਥੋੜ੍ਹਾ, ਇਹ ਤੇ ਟਾਹਣੀ ਨਾਲ ਟਾਹਣੀ ਲੜਦੀ ਪਈ ਹੈ। ਯਾਦ ਰੱਖਿਓ, ਰੁੱਖ ਇੱਕੋ ਹੈ, ਸੋਚ ਬੰਦੇ ਦੀ ਆਪੋ ਆਪਣੀ ਹੈ। ਸੱਚੀ ਮੁੱਚੀ ਅੰਦਰ ਹੀ ਤਾਂ ਸੰਸਾਰ ਹੈ। ਮੈਂ ਫਿਰ ਬੇਨਤੀ ਕਰਾਂ, ਗੁਰੂ ਜੀ ਨੇ ਕਿਹਾ ਸਾਧੋ ਮਨ ਕਾ ਮਾਨ ਤਿਆਗੋ। ਸਾਧਨਾ ਵਾਲੇ ਨੂੰ ਕਿਹਾ। ਉਂਝ ਸਾਧ ਸ਼ਬਦ ਜਿਹੜਾ ਹੈ, ਮੇਰੀ ਫਿਰ ਅਰਜ਼ ਹੈ, ਇਸ ਨੂੰ ਕਿਸੇ ਸੰਪਰਦਾ ਨਾਲ, ਕਿਸੇ ਕੱਪੜੇ ਨਾਲ, ਕਿਸੇ ਲਿਬਾਸ ਨਾਲ ਨਾ ਜੋੜਿਓ। ਗੁਰੂ ਸਾਹਿਬ ਖਾਸ ਕਰਕੇ ਭਾਈ ਸਾਹਿਬ ਨੇ ਇੱਕ ਤੁਕ ਦਿੱਤੀ ਹੈ, ਸਾਧ ਕੌਣ ਹੈ? ਮਹਾਰਾਜ ਕਹਿੰਦੇ 9 ਦਰਵਾਜ਼ੇ ਸਾਧ ਸਾਧ ਸਦਾਇਆ। ਜਿਨਨੇ ਆਪਣੇ 9 ਦਰਵਾਜ਼ਿਆਂ ਤੇ ਕਾਬੂ ਪਾ ਲਿਆ, ਉਹ ਹੀ ਸਾਧ ਹੈ। ਜੇ ਅੱਖਾਂ ਹੀ ਮੇਰੀਆਂ ਕਾਬੂ ਨਹੀਂ, ਬਹੁਤ ਮੁਸ਼ਕਲ ਹੈ ਕਮਾਉਣਾ ਜਿਹਦੇ ਤੇ ਰੱਬ ਦੀ ਨਜ਼ਰ ਹੋਵੇ। ਮੈਂ ਕਹਿੰਦਾ, ਜੋ ਕੋਈ ਸਾਡੇ ਖਿਆਲ ਸੰਗਤ ਚ ਉਪਜਦੇ ਆ, ਘਰ ਚ ਉਪਜਦੇ ਆ, ਜੇ ਕੋ ਵੀ ਇਮਾਨਦਾਰੀ ਨਾਲ ਕਾਪੀ ਤੇ ਲਿਖੋ, ਸੱਚੀ ਮੁੱਚੀ ਕੋਈ ਬੰਦਾ ਉਹ ਛੇਤੀ ਲਿਖ ਨਹੀਂ ਸਕੇਗਾ। ਗੁਰੂ ਸਾਹਿਬ ਕੋਲ ਖਿਆਲ ਨੂੰ ਵੀ ਜਿੰਨੇ ਸਾਧ ਲਏ, ਜਿੰਨੇ ਆਪਣੇ 9 ਦਰਵਾਜ਼ੇ ਸਾਧ ਲਏ, ਅੱਖਾਂ ਸਾਧ ਲੀਆਂ, ਜੇਵਾ ਸਾਧ ਲਈ, ਕੰਨ ਸਾਧ ਲਏ, ਇੰਦਰੀਆਂ ਸਾਧ ਲੀਆਂ। ਹੁਣ ਜਦੋਂ ਬੰਦਾ ਸਾਧਨਾ ਕਰਦਾ ਤੇ ਸਾਧਨਾ ਦੇ ਵਿੱਚ ਬਹੁਤ ਕੁਝ ਆਉਣਾ ਹੈ, ਕਿਉਂਕਿ ਜਿਹੜੀ ਸੂਖਸ਼ਮ ਹਉਮੈ ਮੇ ਇਹ ਇੰਨੀ ਤੇਜ਼ ਹੈ, ਫੁਰਨੇ ਦੇ ਰੂਪ ਵਿੱਚ ਨਿਕਲਦੀ ਹੋਈ ਬੰਦੇ ਦਾ ਨਾਸ ਮਾਰ ਜਾਂਦੀ ਹੈ। ਜਿਵੇਂ ਅੱਜ ਕੱਲ੍ਹ ਆ ਕਹਿੰਦੇ ਕੋਵਿਡ ਬਿਮਾਰੀ ਜਿਹੜੀ ਕਹਿੰਦੇ ਹੈ ਤਾਂ ਅਦ੍ਰਿਸ਼ਟੀ ਨਾ, ਦਿਸਦਾ ਕੋਈ ਨਹੀਂ। ਉਂਝ ਗੁਰੂ ਗ੍ਰੰਥ ਸਾਹਿਬ ਨੇ ਇੱਕ ਬਚਨ ਕਿਹਾ ਜੀ, ਮੈਂ ਪੜ੍ਹ ਰਿਹਾ ਸੀ, ਮੈਂ ਇਹ ਗੱਲ ਨਹੀਂ ਕਹਿੰਦਾ ਬਿਮਾਰੀ ਚੱਲ ਪਏ ਤੇ ਤੁਸੀਂ ਆਪਣੇ ਧਰਮ ਨੂੰ ਲੈ ਕੇ ਸਥਾਪਿਤ, ਸਾਡਾ ਧਰਮ ਤਾਂ ਪਹਿਲੇ ਕਹਿੰਦਾ, ਮੈਨੂੰ ਆਪੋ ਆਪਣੀ ਸੋਚ ਹੈ। ਮੰਨ ਲਓ ਮਾਸਕ ਲਾਉਂਦੇ ਆ ਤੇ ਕੋਈ ਕਹਿਣ ਲੱਗ ਪਏ ਸਾਡਾ ਪੈਗੰਬਰ ਤਾਂ ਪਹਿਲੇ ਹੀ ਕਹਿ ਕੇ ਮੂੰਹ ਢੱਕ ਕੇ ਰੱਖੋ। ਇਹ ਗੱਲ ਯਾਦ ਰੱਖਿਓ, ਧਰਮ ਦੀ ਆਪਣੀ ਥਾਂ ਹੈ। ਇਹਨੂੰ ਨਿੱਕੇ ਨਿੱਕੇ ਸਾਇੰਸ ਦੇ ਨੁਕਤਿਆਂ ਦੀ ਸੰਨੰਦ ਨਾਲ ਸਿੱਧ ਨਾ ਕਰੀਏ। ਧਰਮ ਬਹੁਤ ਵੱਡਾ ਹੈ, ਧਰਮ ਬੜਾ ਵਿਸ਼ਾਲ ਹੈ। ਉਂਝ ਗੁਰੂ ਗ੍ਰੰਥ ਸਾਹਿਬ 'ਚ ਇੱਕ ਬਚਨ ਹੁੰਦਾ ਹੈ, ਬਹੁਤ ਯਤਨ ਕਰਤਾ ਬਲਵੰਤਕਾਰੀ ਸੇਵੰਤ ਸੂਰਾ ਚਤੁਰ ਦਿਸੈ, ਬਿਖਮ ਥਾਨ ਬਸੰਤ ਉੱਚੈ, ਨੈ ਸਿਮਰਨ ਮਰਦੰ ਕਦਾਂਚ ਹੈ, ਹੋਵੰਤ ਆਗਿਆ ਭਗਵਾਨ ਪੁਰਖ ਹੈ, ਨਾਨਕ ਕੀਟੀ ਸਾਸ ਅਕਰਖ। ਤੇ ਕਹਿੰਦੇ ਨੇ ਇੱਕ ਨਿੱਕੀ ਜਿਹਾ ਕੀੜਾ, ਇੱਕ ਜੀਵ ਜਿਹੜਾ ਦਿਸਦਾ ਨਹੀਂ, ਜਿੱਦਣ ਰੱਬ ਦਾ ਭਾਣਾ ਵਾਪਰਿਆ, ਅਦ੍ਰਿਸ਼ਟ ਜੀਵ ਨੇ ਵੀ ਤੇਰੀ ਜਿੰਦ ਖਿੱਚ ਕੇ ਲੈ ਜਾਣੀ ਹੈ। ਉਹਦੀ ਖੇਡ ਅੱਗੇ ਕੁਛ ਨਹੀਂ, ਬੰਦੇ ਦੇ ਪੱਲੇ ਕੁਛ ਨਹੀਂ। ਪਰ ਜਦੋਂ ਸਾਧਨਾ ਬੰਦਾ ਕਰਦਾ, ਮਨ 'ਚ ਆਪਣੀ ਫੁਰਨੇ ਉੱਠਦੇ ਆ। ਵਾਹਿਗੁਰੂ ਜੀ ਥੋੜ੍ਹਾ ਜਿਹਾ ਇਹਨੂੰ ਆਪਾਂ ਦੇਖੀਏ, ਮਨ ਕਾ ਮਾਨ ਤਿਆਗੋ। ਬਾਹਰ ਦਾ ਮਾਨ ਤਾਂ ਪਤਾ ਲੱਗ ਜੂਗਾ, ਜੇ ਮੈਂ ਸਰੀਰਕ ਤੌਰ ਤੇ ਬੋਲਾਂ, ਆਓ ਮੇਰੇ ਸਾਹਮਣੇ ਕੋਈ, ਲੋਕਾਂ ਨੂੰ ਪਤਾ ਲੱਗਣਾ ਹੰਕਾਰ 'ਚ ਬੋਲਦਾ। ਜੇ ਮੈਂ ਪੈਸੇ ਦਾ ਵਿਖਾਵਾ ਕਰਾਂਗਾ, ਪਤਾ ਲੱਗ ਜਾਣਾ ਪੈਸੇ ਦਾ ਹੰਕਾਰ ਕਰਦਾ, ਇਹ ਵਿਦਵਤਾ ਦਾ ਮਾਨ ਕਰਦਾ, ਇਹ ਸੁੰਦਰਤਾ ਦਾ ਮਾਨ ਕਰਦਾ, ਇਹ ਤਾਕਤ ਦਾ ਮਾਨ ਕਰਦਾ। ਪਰ ਸਾਧਨਾ ਕਰਦੇ ਹੋਏ ਸੂਖਸ਼ਮ ਫੁਰਨੇ ਉੱਠਣੇ ਤੇ ਦੱਸਣੇ ਵੀ ਨਾ। ਯਾਦ ਰੱਖਿਓ, ਸੂਖਸ਼ਮ ਫੁਰਨਾ ਅੰਦਰ ਨੂੰ ਬੇਰਸ ਕਰ ਦਿੰਦਾ ਹੈ। ਗੁਰੂ ਕਹਿੰਦਾ ਉਹ ਸੂਖਸ਼ਮ ਫੁਰਨੇ ਉੱਤੇ ਕਾਬੂ ਪਾ। ਸਾਧਨਾ ਵਾਲੇ ਨੂੰ ਕਿਹਾ, ਸਾਧੋ ਮਨ ਕਾ ਮਾਨ ਤਿਆਗੋ। ਆਪ ਨੂੰ ਬੇਨਤੀ ਕਰਾਂ, ਗੁਰਮੁਖੋ, ਸਾਨੂੰ ਤਾਂ ਸਤਿਗੁਰੂ ਨੇ ਸਮਤ ਦਿੰਦੇ ਆ ਨਾ, ਗੁਣ ਹੋਵੇ। ਅੱਗੇ ਮੈਂ ਬੇਨਤੀ ਕਰਾਂਗਾ ਵੀ 4 ਤਰੀਕੇ ਆ ਇਸ ਨੂੰ ਮਿਟਾਉਣ ਦੇ, ਪਰ ਉਹ ਵੀ ਉਹਦੀ ਨਜ਼ਰ ਹੋਵੇ ਤਾਂ। ਦੇਖੋ, ਸਤਿਗੁਰੂ ਜਿੱਥੇ ਗੁਣ ਦੇ ਉੱਥੇ ਅਰਦਾਸ ਕਰੋ, ਸਾਨੂੰ ਸ਼ੁਕਰਾਨਾ ਕਰਨ ਦੀ ਦਾਤ ਹੈ। ਜਦੋਂ ਗੁਣ ਨੂੰ ਆਪਣੀ ਕਮਾਈ ਨਾਲ ਜੋੜਨੇ ਹਾਂ,
ਗੁਰਮੁਖੋ ਉਦੋਂ ਉਹ ਗੁਣ ਕੁਝ ਦਿਨਾਂ ਬਾਅਦ ਔਗਣ ਦਾ ਰੂਪ ਧਾਰਨ ਕਰ ਜਾਂਦਾ ਹੈ। ਜਦੋਂ ਗੁਣ ਨੂੰ ਦਾਤ ਦਾ ਰੂਪ ਜਾਣ ਕੇ ਉਹਦਾ ਸ਼ੁਕਰ ਕਰਨੇ ਆ, ਫਿਰ ਉਹ ਗੁਣ ਔਗਣ ਨਹੀਂ ਬਣਦਾ, ਉਸ ਗੁਣ ਵਿੱਚ ਗੁਰੂ ਜੀ ਹੋਰ ਮਿਹਰ ਕਰੀ ਜਾਂਦੇ ਆ। ਜਿਵੇਂ ਮਹਾਰਾਜ ਜੀ ਨੇ ਬਾਣੀ 'ਚ ਬਚਨ ਕਹਿਆ, ਆਪ ਸ਼ਬਦ ਪੜ੍ਹਦੇ ਹੋ ਰੋਜ਼, ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕੀਤੋਈ। ਇਹ ਇਸ ਨੂੰ ਬਰੀਕੀ ਨਾਲ ਸੁਣਿਓ ਥੋੜਾ ਜਿਹਾ ਵੀ ਅਗਰੂ। ਹੁਣ ਯੋਗਤਾ ਹੈ, ਇਸ ਵਿੱਚ ਇਹ ਨਹੀਂ ਕਿ ਵੀ ਯੋਗਤਾ ਗੁਣ ਨਹੀਂ, ਯੋਗਤਾ ਇੱਕ ਬੜਾ ਵੱਡਾ ਗੁਣ ਹੈ। ਜੋਗ ਕੀਤੋਈ, ਇਹਦਾ ਮਤਲਬ ਜੋਗ ਕੀਤੋਈ ਇੱਕ ਬੜਾ ਵੱਡਾ ਗੁਣ ਆ ਗਿਆ। ਪਰ ਉਸ ਯੋਗਤਾ ਨੂੰ ਆਪਣੇ ਨਾਲ ਨਹੀਂ ਜੋੜਿਆ ਵੀ ਅਸਾਂ ਕਮਾਈਆਂ ਕੀਤੇ ਤੇ ਜੋਗ ਹੋਏ। ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਵਾਹਿਗੁਰੂ ਜੀ ਮੈਂ ਤੇਰੇ ਕੀਤੇ ਨੂੰ ਜਾਣਿਆ ਨਹੀਂ, ਤੂੰ ਮੈਨੂੰ ਇਹਦੇ ਜੋਗ ਕੀਤਾ ਹੈ। ਯੋਗਤਾ ਇੱਕ ਗੁਣ ਹੈ ਨਾ, ਪਰ ਉਸ ਯੋਗਤਾ ਨੂੰ ਆਪਣੇ ਨਾਲ ਨਹੀਂ ਜੋੜਿਆ। ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕੀਤੋਈ। ਫਿਰ ਅੱਗੇ ਨਹੀਂ ਕਿਹਾ ਮੈਂ ਸਾਧਨਾ ਕੀਤੀ, ਕਹਿੰਦੇ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ। ਕੈਸੀ ਯੋਗਤਾ ਤੁਸੀਂ ਦਿੱਤੀ, ਮੇਰੇ 'ਚ ਕੋਈ ਗੁਣ ਨਹੀਂ, ਮੈਂ ਗੁਣਾ ਤੋਂ ਰਹਿਤ ਹਾਂ। ਮੈਂ ਨਿਰਗੁਣ ਆਰੇ ਕੋ ਗੁਣ ਨਾਹੀ। ਤੇ ਅਗਲਾ ਸ਼ਬਦ ਵਰਤਿਆ, ਆਪੇ ਤਰਸ ਪਇਓਈ। ਸਾਨੂੰ ਉਚਾਰਨ ਇਸ ਤਰ੍ਹਾਂ ਕਰਾਇਆ ਸੀ, ਕੀਤੋਈ ਪਇਓਈ। ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕੀਤੋਈ। ਮੈਂ ਨਿਰਗੁਣ ਆਰੇ ਕੋ ਗੁਣ ਨਾਹੀ। ਅੱਗੇ ਸ਼ਬਦ ਵਰਤਿਆ, ਆਪੇ ਤਰਸ ਪਇਓਈ। ਗੁਰਮੁਖੋ ਯਾਦ ਰੱਖਿਓ, ਤਰਸ ਸ਼ਬਦ, ਕਿਰਪਾ ਸ਼ਬਦ, ਫਜ਼ਲ ਸ਼ਬਦ ਵਿੱਚ ਏਡੀ ਵੱਡੀ ਸਤਿਗੁਰਾਂ ਦੀ ਰਹਿਮਤ ਹੈ। ਤਰਸ ਵਿੱਚ ਕਦੀ ਵੀ ਬੰਦੇ ਦੇ ਗੁਣ ਔਗਣ ਨਹੀਂ ਦੇਖੇ ਜਾਂਦੇ। ਤਰਸ ਵਿੱਚ ਸਿਰਫ ਤਰਸ ਕਰਨ ਵਾਲੇ ਦੀ ਮਿਹਰ ਹੀ ਵਰਤਦੀ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਰਹਿਮ ਦੀ ਅਪੀਲ। ਅਜੇ ਵੀ ਕਈ ਮੁਲਕਾਂ 'ਚ ਜਦੋਂ ਸਾਰੀਆਂ ਕੋਰਟਾਂ ਕਚਹਿਰੀਆਂ ਤੋਂ ਬੰਦਾ ਹਾਰ ਜਾਏ, ਫਿਰ ਕਹਿੰਦਾ ਹੁਣ ਸੱਚੀ ਮੁੱਚੀ ਰਹਿਮ ਦੀ ਅਪੀਲ ਕਰੋ। ਇਹਦਾ ਮਤਲਬ ਮੈਂ ਦੋਸ਼ੀ ਸਾਬਤ ਹੋ ਚੁੱਕਾ, ਮੈਂ ਸਜ਼ਾ ਦਾ ਹੱਕਦਾਰ ਹਾਂ, ਮੈਂ ਗੁਨਾਹ ਕੀਤਾ, ਹੁਣ ਮੈਂ ਤੇਰੇ ਤੋਂ ਰਹਿਮ ਦੀ ਖੈਰ ਮੰਗਣਾ ਵਾਂ, ਮੈਨੂੰ ਬਖਸ਼ ਦੇ। ਗੁਰਮੁਖੋ ਰਹਿਮ ਸ਼ਬਦ ਉੱਥੇ ਵਰਤਦਾ ਜਿੱਥੇ ਗੁਣ ਔਗਣ ਕੋਈ ਨਹੀਂ ਵੇਖਿਆ ਜਾਂਦਾ। ਸੂਫੀ ਸ਼ਾਹ ਹੁਸੈਨ ਕਹਿੰਦਾ, ਕਹਿ ਸ਼ਾਹ ਹੁਸੈਨ ਫਕੀਰ ਸਾਈਂ ਦਾ ਅਦਲੋਂ ਫਜ਼ਲ ਕਰੀ, ਮੇਰੇ ਨਾਲ ਅਦਲ ਨਾ ਕਰੀ। ਅਦਲ ਦਾ ਅਰਥ ਆਪ ਸਮਝਦੇ ਹੋ, ਇਨਸਾਫ ਨਾ ਕਰੀ ਮੇਰੇ ਕਰਮਾਂ 'ਚ। ਜੇ ਇਨਸਾਫ ਕਰੇਗਾ ਮੈਂ ਕਦੀ ਨਹੀਂ ਛੁੱਟਣਾ। ਤੂੰ ਫਜ਼ਲ ਕਰੀ, ਜੇ ਤੂੰ ਫਜ਼ਲ ਕਰੇਗਾ ਤੇ ਮੇਰੇ ਵਰਗਾ ਔਗਣਾ ਵਾਲਾ ਵੀ ਤਰ ਜਾਏਗਾ। ਸਤਿਗੁਰੂ ਨੇ ਕਿੰਨਾ ਬਰੀਕ ਸ਼ਬਦ ਪਾਇਆ। ਆਪ ਤਾਂ ਬਾਣੀ ਪੜ੍ਹਦੇ ਰੋਜ਼, ਮੈਂ ਕਹਿੰਦਾ ਗੁਰੂ ਨਾਲ ਗੱਲਾਂ ਕਰੀਏ, ਕਾਹਲੀ ਨਹੀਂ। ਹੁਣ ਮੈਂ ਸ਼ਬਦ ਪੜ੍ਹਿਆ, ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕੀਤੋਈ। ਮੈਂ ਨਿਰਗੁਣ ਹਾਰੇ ਕੋ ਗੁਣ ਨਾਹੀ। ਜੋਗ ਤਾਂ ਮੇਰੇ ਕੋਲ, ਮੈਂ ਤਾਂ ਔਗਣਾ ਨਾ ਭਰਿਆ, ਤੂੰ ਮੈਂ ਕੋ ਕੋਈ ਗੁਣ ਨਹੀਂ। ਆਪੇ ਤਰਸ ਪਇਓਈ। ਅੱਗੀ ਗੱਲ ਮੈਂ ਇਹ ਨਹੀਂ ਕਿਹਾ ਤੂੰ ਮੇਰੇ ਤੇ ਤਰਸ ਕਰ, ਇਹ ਵੀ ਸ਼ੁਕਰਾਨੇ ਚ ਲੈ ਗਏ। ਤੂੰ ਆਪੇ ਹੀ ਤਰਸ ਕੀਤਾ, ਮੇਰੀ ਕਮਾਈ ਕਰਕੇ ਨਹੀਂ ਕੀਤਾ। ਕਿੱਡਾ ਸ਼ੁਕਰਾਨੇ ਚ। ਆਪੇ ਤਰਸ ਪਇਓਈ। ਤਰਸ ਪਿਆ, ਤਰਸ ਪਿਆ, ਮੇ ਰਹਿਮਤ ਹੋਈ, ਤੇਰੇ ਤਰਸ ਵਿੱਚੋਂ ਰਹਿਮਤ ਹੋਈ। ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥਿਵਿਆ ਕਰਿਆ। ਮੇਰੀ ਬੇਨਤੀ ਹੈ, ਜਿੱਥੇ ਗੁਣ ਆਏਗਾ ਕੁਦਰਤੀ ਹੈ, ਉੱਥੇ ਕੋਈ ਨਾ ਕਹੇ। ਹੁਣ ਜੋ ਸਟੇਜ ਤੇ ਬੋਲਨੇ, ਜਿਵੇਂ ਇੱਕ ਦੂਜੇ ਨੂੰ ਮਹਾਨ, ਦੂਜਾ ਤੀਜਾ, ਉਸ ਵਕਤ ਅਰਦਾਸ ਹੀ ਕਰੀ ਦੇ, ਸੱਚੇ ਪਾਤਸ਼ਾਹ ਤੇਰੇ ਸਾਹਮਣੇ ਕਿਸੇ ਦੀ ਕੀ ਤਾਕਤ ਹੈ ਮਹਾਨ ਹੋਣ ਦੀ, ਤੇਰੇ ਸਾਹਮਣੇ ਕੌਣ ਮਹਾਨ ਹੋ ਸਕਦਾ। ਫਿਰ ਬੇਨਤੀ, ਜਿੱਥੇ ਗੁਣ ਆਏਗਾ, ਮੈਂ ਇੱਥੇ ਗੁਰੂ ਸਾਹਿਬ ਨੇ ਬਿਲਕੁਲ ਨਹੀਂ ਕਿਹਾ ਔਗਣਾ ਵਾਲਿਓ ਮਾਂ। ਔਗਣ ਤਾਂ ਆਪਣੇ ਆਪ 'ਚ ਹੰਕਾਰ ਹੈ। ਪਹਿਲਾ ਸ਼ਬਦ ਕਿਹਾ, ਸਾਧੋ ਮਨ ਕਾ ਮਾਨ ਤਿਆਗੋ। ਜਿਹੜੇ ਤੁਹਾਡੇ ਅੰਦਰ ਫੁਰਨੇ ਉੱਠਦੇ ਪਏ ਨੇ, ਮੈਂ ਸਿਮਰਨ ਕਰ ਰਿਹਾ, ਸਾਧੋ ਸੇਵਾ ਕਰ ਰਿਹਾ, ਮੈਂ ਆਹ ਕਰ ਰਿਹਾ, ਇਸ ਫੁਰਨੇ ਨੂੰ ਮਿਟਾ ਦੇ। ਕਿਉਂਕਿ ਜਿੱਥੇ ਗੁਣ ਕਰਕੇ ਅਭਿਮਾਨ ਆਵੇਗਾ, ਕਈ ਵਾਰੀ ਐਡਾ ਵੱਡਾ ਗੁਨਾਹ ਕਰ ਦਿੰਦਾ ਬੰਦਾ, ਸਾਰੀ ਜ਼ਿੰਦਗੀ ਕਿਤੇ ਮੂੰਹ ਦਿਖਾਉਣ ਜੋਗਾ ਨਹੀਂ ਰਹਿੰਦਾ। ਫਿਰ ਬੇਨਤੀ ਹੈ, ਮੈਂ ਫਿਰ ਦੁਹਰਾਉਣ ਲੱਗਾ, ਹੰਕਾਰ ਜਿਹੜਾ ਹੈ ਨਾ, ਇਹਨੂੰ ਬਹਿਣ ਵਾਸਤੇ ਗੱਦੀ ਚਾਹੀਦੀ ਹੈ, ਇਹਨੂੰ ਪਲੇਟਫਾਰਮ ਚਾਹੀਦਾ ਹੈ। ਕਦੀ ਕਿਸੇ ਬੰਦੇ ਨੂੰ ਤੁਸੀਂ ਦੇਖਿਆ ਅਨਾਉਂਸਮੈਂਟ ਕਰਦਾ ਹੋਵੇ, ਮੇਰੇ ਤੋਂ ਵੱਡਾ ਚੋਰ ਕੋਈ ਨਹੀਂ, ਮੇਰੇ ਬਰਾਬਰ ਕੋਈ ਕਾਤਲ ਨਹੀਂ, ਮੇਰੇ ਬਰਾਬਰ ਕੋਈ ਬਦਮਾਸ਼ ਨਹੀਂ, ਮੇਰੇ ਬਰਾਬਰ ਕੋਈ ਵਿਵਚਾਰੀ ਨਹੀਂ। ਜਦੋਂ ਵੀ ਕਾਰਡ ਬਣਨਗੇ, ਕੋਈ ਬੋਲਿਆ ਜਾਏਗਾ, ਇਹ ਹੀ ਬੋਲਿਆ ਜਾਏਗਾ, ਇਦੋਂ ਵੱਡਾ ਦਾਨੀ ਕੋਈ ਨਹੀਂ।
इदू वड्डा ज्ञानी कोई नहीं, इससे बड़ा ध्यानी कोई नहीं, क्योंकि हंकार इन्ना तेज है। वो कहता तू कुर्सी बनाए दे उत्ते मैं बैठांगा। इनू फिर सतगुरु कहते हैं, फिर बंदे दे मन च आउंदा हम बड कब साधो मन का मान त्यागो। तुसी साधना कर दो, कविता लिख रहे हो, कब कब दर थे कभी। हम बड कब कुलीन, मेरी कुल बड़ी उच्ची, हम बड कब कुलीन। महाराज कहते कवि खां कुलीन कह, मेरे गुण बड़े ने, पर महाराज कहते हैं ये बुद्धि जेड़ी है ये अंदर दे सूक्ष्म फुरने ने। हम बड कब कुलीन, हम पंडित, हम जोगी सन्यासी, ज्ञानी गुणी सूर हम दाते। हुण इहदी गिनती करो तुसीं, सारे गुण ने, अवगुण तो है ही नहीं। ये कविता रचनी गुण नहीं, ज्ञानी होना गुण नहीं, सूरमगति गुण नहीं, दान देना गुण नहीं, पंडित होना गुण नहीं। हम बड कब कुलीन, हम पंडित, हम जोगी सन्यासी, ज्ञानी गुणी सूर हम दाते। ये बुद्ध कब ना नासी, ये गुण भी हंकार बन गया, मैनू अगे तुरन ही नहीं देता पाया। फिर बिनती, पहली गल इन्नी सूक्ष्म महाराज गुरु तेग बहादुर साहब ने की, साधो मन का मान त्यागो, छड़ दिओ इस हंकार नूं। दूजी गल फिर जाए किवें। एक गुरमुख प्यारे ने जेड़े तुसीं लिटरेचर ही संगत करदे हो, मैं बेनती करना हुन्ना, डॉक्टर नेकी साहब चलाना कर गए, जसवंत सिंह जी नेकी, आप जी ने सुनिया होना, उन्हां दीयां रचनावां बहुत टिकान करो मनोविग्यानक सन। खास करके पंजाबी विच जे किसी ने मन ते पूर्व ते पश्चिम का जिहड़ा मन बारे कंसैप्ट है, जे किसी ने गुरमुखी च लिखिया तो सब तो पहला डॉक्टर नेकी साहब ने लिखे। गुरु नानक देव यूनीवर्सिटी ने किताब छापी, उसका नाम सी अचेतन दी लीला, सब कॉन्शियस माइंड की लीला की है। कॉन्शियस है, सब कॉन्शियस है, अनकॉन्शियस है, सुपर कॉन्शियस है। उन्होंने अचेत मन ते लिखिया, क्योंकि गुरबाणी ने मन दे दो पाके, उंज तां बड़े क्या है, मन जोगी, मन भोगिया, मन मूरख गवार, मन दाता, मन मंगता, मन सिर गुर करतार। ये मन शक्ति, ये मन सीओ, ये शिव भी है, ये शक्ति भी है, माया भी है, प्रभु का रूप है। सीधे जे पेंडू शब्द वरता, दो तरह का मन क्या है, एक मैला मन है, एक निर्मल मन है। कदी कदी निर्मल हो जाता, कदी कदी मैला हो जाता। बस जदों किसी संगत चंगी च आउंदा है, संगत चंगी का औरा ये ख्यालों नूं बंद है। कोई जरूरी नहीं कि उत्ते हर थां कथा ही होवे, लैक्चर होवे। कमाई वाला सज्जन बोले भी ना, सिर्फ उहदे कोल बैठण नाल भी मन टिकना शुरू हो जाता है। फिर बेनती सुनियो, हुण असीं बैठे हाँ, बाहर हनेरा हो गया, धरती तो उही है ना, ते 2-3 घंटे पहला चानण सी, क्योंकि धरती का जिहड़ा पासा सूरज के सामने आ रहा चानण है, जिहड़ा दूजे पासे हनेरा है, यही मन की अवस्था है। जदों गुरु के सामने आउंदा उदों प्रकाशमय हो जाता है, जदों गुरु तो दूर जाता उदों अंधकारमय हो जाता है। खिन खिन डोलदा है ना, टिकदा नहीं। फिर तरीके किहड़े ने? डॉक्टर नेकी साहब की किताब सी हौमे तो तू वल, मैं इस करके उसका जिक्र कर रहा भी कई बार जो बंदा बोले, जिस बंदे ने साधना करके खोज की उसका जिक्र करना भी एक चंगी गल होंदी। उस विच वो कहते हैं मन दे मान नूं त्यागण दे 4 तरीके ने गुरबाणी अनुसार। सब तो पहला तरीका है शरणागत, मान चले शरणागत। दूसरा तरीका है शरणागत तो बाद आत्म समर्पण। तीसरा तरीका है आग्ञा पालन, ते चौथा है अत दी निमरता। फिर शब्द मेरी बेनती, इसी बाणी चो एक दुख ले लेने। पहला है शरणागत, दूजा है आत्म समर्पण, तीसरा है निमरता, चौथा में वरत्या आग्ञा पालन। क्योंकि इस मन नूं यही हंकार बड़ा कि मैं हौमे की है। क्योंकि मैं थोड़ा जा बरीक विशा लिया है, गुरमुखो हौमे बड़ी वड्डी कंट्रीब्यूशन इस धरती चो दी देन बड़ी वड्डी। जे हौमे ना हुंदी ते आ शरीर नहीं सी होना, जे हौमे ना हुंदी जगत नहीं सी होना। इनू फिर सुनियो, गुरु साहब ने एक सवाल कर दिया, सिद्ध कित कित बिद जग उपजै पुरखा सिद्ध गोष्ठ। ये महापुरखा है संसार किवें पैदा हो गया? कित कित दुख बिन सजाई। महाराज कहते हौमे विच जग उपजै पुरखा, नाम विसरिया दुख पाई। ये की हो गया? हौमे भी जग उपजै,
ਤੇ ਦੂਜੇ ਪਾਸੇ ਮਹਾਰਾਜ ਕਹਿੰਦੇ ਹੁਕਮੀ ਹੋਵਣ ਆਕਾਰ। ਹਉਮੈ ਚ ਹੋਇਆ ਕਿ ਹੁਕਮ ਚ ਹੋਇਆ? ਫਿਰ ਨਾਲ ਇਹ ਵੀ ਬਚਨ ਕਰਦੇ ਆ, ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹਿ ਨਾ ਕਹੇ। ਹਉਮੈ ਹਉਮੈ ਕੀ ਹੈ? ਹਉਮੈ ਪਰਮਾਤਮਾ ਦੀ ਬਣਾਈ ਹੋਈ ਆਪਣੀ ਉਹ ਸ਼ਕਤੀ ਹੈ ਜਿਹੜੀ ਏਕਤਾ ਨੂੰ ਅਨੇਕਤਾ ਵਿੱਚ ਵੰਡਦੀ ਹੈ, ਕਿਉਂਕਿ ਹਉਮੈ ਤੋਂ ਬਿਨਾਂ ਵਿਸਤਾਰ ਨਹੀਂ ਹੋ ਸਕਦਾ। ਹਉਮੈ ਹੁਕਮ ਦੇ ਅਧੀਨ ਹੈ। ਫਿਰ ਇਸ ਨੂੰ ਸੁਣਿਓ, ਹੁਕਮ ਤੋਂ ਬਿਨਾਂ ਹਉਮੈ ਬੰਦੇ ਨੇ ਨਹੀਂ ਬਣਾਈ, ਬੰਦੇ ਨੂੰ ਰੱਬ ਨੇ ਦਿੱਤੀ। ਇਸੇ ਕਰਕੇ ਗੁਰਬਾਣੀ ਚ ਆਇਆ ਹਉਮੈ ਰੋਗ ਮਾਨੁ ਕੋ ਦੀਨਾ ਕਿਹਾ, ਇਹਨੇ ਲੀਨਾ ਥੋੜਾ ਦਿੱਤਾ, ਕਿਉਂਕਿ ਹਉਮੈ ਹੁਕਮ ਵਿੱਚੋਂ, ਜਿਹੜਾ ਆਪ ਗੁਰੂ ਅੰਗਦ ਸਾਹਿਬ ਦਾ ਪਾਠ ਕਰਦੇ ਹੋ, ਹਉ ਵਿੱਚ ਆਇਆ ਹਉ ਵਿੱਚ ਗਿਆ, ਗੁਰੂ ਨਾਨਕ ਸਾਹਿਬ ਦਾ ਸ਼ਲੋਕ ਅੱਗੇ, ਹਉਮੈ ਏਹਾ ਜਾਤ ਹੈ। ਇਹ ਜਾਤ ਦਾ ਅਰਥ ਹੈ ਜੀਵ ਤਤਵ, ਕਿਉਂਕਿ ਹਉਮੈ ਤੋਂ ਬਿਨਾਂ ਜੀਵ ਪੈਦਾ ਹੀ ਨਹੀਂ ਹੋ ਸਕਦਾ। ਫਿਰ ਬੇਨਤੀ, ਜਿਹੜਾ ਸਮਾਈ ਪਿਆ ਹੈ ਹਉਮੈ ਜਾਤ ਦਾ ਅਰਥ ਜੀਵ ਤਤਵ, ਜੀਵ ਦੇ ਨਾਲ ਹੈ। ਹਉਮੈ ਏਹਾ ਜਾਤ ਹੈ, ਹਉਮੈ ਕਰਮ ਕਮਾਏ, ਹਉਮੈ ਇਹੀ ਬੰਦਨਾ ਫਿਰ ਜੋਨੀ ਪਾਏ। ਹਉਮੈ ਕਿੱਥੋਂ ਉਪਜੈ? ਹਾਂਜੀ, ਕਿਤ ਸੰਜਮੇ ਜਾਏ? ਮਹਾਰਾਜ ਕਹਿੰਦੇ ਨੇ ਹਉਮੈ ਇਹੋ ਹੁਕਮ ਹੈ। ਫਿਰ ਬੇਨਤੀ, ਹੁਕਮ ਤੋਂ ਬਿਨਾਂ ਹਉਮੈ ਨਹੀਂ ਹੋ ਸਕਦੀ। ਇਹੀ ਕਾਰਨ ਜਿਹੜਾ ਹੁਕਮ ਨੂੰ ਸਮਝ ਜਾਂਦਾ ਹੈ ਉਹ ਹੰਕਾਰੀ ਕਦੀ ਨਹੀਂ ਹੁੰਦਾ। ਹਉਮੈ ਤੇ ਹੁਕਮ ਦੇ ਬੜੀ ਨੇੜਤਾ ਹੈ। ਵਾਹਿਗੁਰੂ ਜੀ, ਫਿਰ ਬੇਨਤੀ ਹੈ ਕਿ ਸਭ ਤੋਂ ਪਹਿਲਾਂ ਉਹਦੀ ਸ਼ਰਨਾਗਤ, ਉਹਦੀ ਸ਼ਰਨ 'ਚ ਚਲੇ ਜਾਣਾ। ਆਪਣੇ ਕਿਸੇ ਵੀ ਗੁਣ ਨੂੰ ਆਪਣੇ ਮੋਢਿਆਂ ਤੇ ਨਾ ਚੁੱਕਣਾ ਕਿ ਮੇਰੇ ਕਰਕੇ ਹੈ। ਸਭ ਤੋਂ ਪਹਿਲਾਂ ਸ਼ਰਨਾਗਤ ਚਲੇ ਜਾਣਾ। ਤਉ ਮੈਂ ਆਇਆ, ਸ਼ਰਨੀ ਆਇਆ, ਭਰੋਸਾ ਆਇਆ, ਕਿਰਪਾ ਆਇਆ। ਬੜੇ ਪੜਤਾਲ ਹੈ ਜੀ ਮਹਾਰਾਜ ਦੀ, ਭਾਈ ਸਾਹਿਬ ਨੂੰ ਪਤਾ ਪੜਤਾਲ ਹੈ। ਤਉ ਮੈਂ ਆਇਆ, ਹੇ ਵਾਹਿਗੁਰੂ ਜੀ ਮੈਂ ਤੁਹਾਡੇ ਕੋਲ ਆ ਰਿਹਾ, ਆ ਗਿਆ ਵਾਂ। ਤਉ ਮੈਂ ਆਇਆ, ਸ਼ਰਨੀ ਆਇਆ, ਤੁਹਾਡੀ ਸ਼ਰਨ 'ਚ ਆਇਆ। ਅਗਲਾ ਬਚਨ ਦੇਖੋ, ਭਰੋਸਾ ਆਇਆ, ਮੈਂ ਇਸ ਭਰੋਸੇ ਨਾਲ ਆਇਆ। ਕਿਸ ਭਰੋਸੇ ਨਾਲ? ਕਿਰਪਾ ਆਇਆ। ਇਸ ਭਰੋਸੇ ਨਾਲ ਤੇਰੀ ਸ਼ਰਨ 'ਚ ਆਇਆ, ਤੂੰ ਮੇਰੇ ਔਗਣ ਨਹੀਂ ਦੇਖੇਗਾ, ਕਿਰਪਾ ਜ਼ਰੂਰ ਕਰੇਗਾ। ਤਉ ਮੈਂ ਆਇਆ, ਸ਼ਰਨੀ ਆਇਆ, ਭਰੋਸਾ ਆਇਆ, ਕਿਰਪਾ ਆਇਆ। ਜਿਉਂ ਭਾਵੈ ਤਿਉਂ ਰਾਖੋ ਸੁਆਮੀ, ਮਾਰਗ ਗੁਰਾਂ ਪਠਾਇਆ। ਪਹਿਲੀ ਗੱਲ ਮੈਂ ਬੇਨਤੀ ਕਰਾਂਗਾ, ਸ਼ਰਨਾਗਤ। ਗੁਰੂ ਸਾਹਿਬ ਜੀ ਨੇ ਬਚਨ ਕਿਹਾ, ਤਿਸ ਕੀ ਸ਼ਰਨੀ ਪਰਮਨਾ, ਜਿਸ ਜੇਵੜ ਅਵਰ ਨਾ ਕੋਏ। ਸ਼ਰਨਾਗਤ ਵਿੱਚ ਹੁਣ ਦੇਖੋ, ਮੈਂ 5-7 ਮਿੰਟ ਲਾ ਲਾਂ। ਇਹ ਇੱਕ ਜ਼ਫਰਨਾਮੇ 'ਚ ਹਜ਼ੂਰ ਦਾ ਸ਼ੇਰ ਹੈ। ਇਹ ਚਿੱਠੀ ਲਿਖ ਰਹੇ ਨੇ ਔਰੰਗਜ਼ੇਬ ਨੂੰ। ਕਮਾਲ ਹੈ, ਏਸ਼ੀਆ ਵਿੱਚ, ਜਾਂ ਮੈਂ ਸ਼ਬਦ ਵਰਤਾਂ ਪੂਰਬ ਵਿੱਚ, ਜੇ ਕਿਸੇ ਪੈਗੰਬਰ ਨੇ ਤਖਤ ਤੇ ਬੈਠੇ ਬਾਦਸ਼ਾਹ ਨੂੰ ਕਲਮ ਦੇ ਨਾਲ ਝੰਜੂਣ ਕੇ, ਸ਼ਬਦਾਂ ਨਾਲ ਝੰਜੂਣ ਦਿੱਤਾ ਤੇ ਕੇਵਲ ਗੁਰੂ ਗੋਬਿੰਦ ਸਿੰਘ ਹੈ। ਹੁਣ ਉਹ ਸ਼ਰਨ ਦੀ ਜਦੋਂ ਗੱਲ ਕਰਦੇ ਆ, 2 ਸ਼ੇਰ ਨੇ, ਸ਼ਰਨਾਗਤ ਚਲੇ ਜਾਣਾ। ਇੱਕ ਸ਼ੇਰ ਹੈ, ਹੁਮਾਰਾ ਕਸਾ ਸਾਇਆ ਆਇਦ ਬਜ਼ੇਰ, ਬਰੋ ਦਸਤ ਦਾਰਦ ਨਾ ਜਾਗੇ ਦਲੇਰ। ਇਹ ਸਿੱਧੇ ਪੰਜਾਬੀ 'ਚ ਅਰਥ ਕਰਨੇ ਆ। ਹੁਮਾਰਾ ਕਸਾ ਸਾਇਆ, ਸਾਇਆ ਦਾ ਅਰਥ ਹੁੰਦਾ ਛਾਂ। ਪੱਛਮ ਵਿੱਚ ਕਹਿੰਦੇ ਆ ਕਿ ਜਿਹਦੇ ਵਿੱਚ, ਅਰਬ ਵਿੱਚ, ਜਿਹਦੇ ਸਿਰ ਤੋਂ ਹੁਮਾ ਪੰਛੀ ਨਿਕਲ ਜਾਏ ਉਹ ਖੁਸ਼ਕਿਸਮਤ ਹੁੰਦਾ ਹੈ। ਉਹਦੇ ਵਰਗਾ ਖੁਸ਼ਕਿਸਮਤ ਕੋਈ ਨਹੀਂ, ਤੇ ਉਹਦਾ ਕੋਈ ਵੀ ਜੀਵ ਵਿਗਾੜ ਹੀ ਕੁਝ ਨਹੀਂ ਸਕਦਾ ਜਿਹਦੇ ਸਿਰ ਤੋਂ ਹੁਮਾ ਲੰਘ ਜਾਏ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਆ, ਔਰੰਗਜ਼ੇਬ ਮੇਰੇ ਸਿਰ ਤੇ ਅਕਾਲ ਪੁਰਖ ਵਾਹਿਗੁਰੂ ਹੁਮਾ ਹੈ, ਤੇਰੇ ਵਰਗੇ ਚਲਾਕ ਕਾਂ ਮੇਰਾ ਕੁਝ ਵੀ ਨਹੀਂ ਵਿਗਾੜ ਸਕਦੇ। ਫਾਰਸੀ ਵਿੱਚ ਜਾਗੇਦਾਰ, ਇੱਕ ਹਿੰਦੀ 'ਚ, ਪੰਜਾਬੀ 'ਚ ਕਰਾਂਗੇ ਜਾਗੇਦਾਰ ਤੇ ਜਾਗਣਾ। ਅਰਬੀ ਵਿੱਚ ਜਾਗੇ, ਜਾਗੇ ਮੀਨਜ ਕਾਂ, ਚਲਾਕ ਕਾਂ। ਹੁਮਾਰਾ ਕਸਾ ਸਾਇਆ ਆਇਦ ਬਜ਼ੇਰ, ਬਰੋ ਦਸਤ ਦਾਰਦ ਨਾ ਜਾਗੇ ਦਲੇਰ। ਮੈਂ ਆਪਣੇ ਵਾਹਿਗੁਰੂ ਦੀ ਸ਼ਰਨ ਵਿੱਚ ਆ, ਕਾਵਾਂ ਨੇ ਮੇਰਾ ਕੀ ਵਿਗਾੜ ਲੈਣਾ। ਕਿੱਡੀ ਵੱਡੀ ਬਾਤ ਹੈ। ਇੱਕ ਇਹਦੇ ਨਾਲ ਸ਼ੇਰ ਹੋਰ ਹੈ ਮਹਾਰਾਜ ਜੀ ਦਾ, ਕਸੇ ਪੁਸ਼ਤ ਉਫਤਦ ਪਸੇ ਸ਼ੇਰੇ ਨਰ। ਕਸੇ ਪੁਸ਼ਤ ਉਫਤਦ ਪਸੇ ਸ਼ੇਰੇ ਨਰ। ਸਿੱਧਾ ਪੰਜਾਬੀ ਜੀ, ਸ਼ੇਰੇ ਨਰ, ਸ਼ੇਰ ਦੀ ਸ਼ਰਨ, ਨਰ ਸ਼ੇਰ ਵਰਗਾ। ਉਂਝ ਵੈਸੇ ਬੰਦੇ ਨੂੰ ਜਾਨਵਰ ਕਹੋ ਤੇ ਗੁੱਸਾ ਕਰੇਗਾ, ਇਹ ਕਹਿਣਾ ਤੂੰ ਮੇਰਾ ਸ਼ੇਰ ਪੁੱਤਰ ਹੈ, ਨਾਲ ਹੀ ਖੁਸ਼ ਹੋ ਜਾਂਦਾ ਹੈ ਸ਼ੇਰ ਵੀ ਜਾਨਵਰ ਹੀ। ਕਵੀਆਂ ਨੇ ਸ਼ਬਦ ਇਹ ਜੋ ਬਣਾਏ, ਕਸੇ ਪੁਸ਼ਤ ਉਫਤਦ ਪਸੇ ਸ਼ੇਰੇ ਨਰ, ਨਾ ਗੀਰਦ ਬੂਜ਼ੋ ਮੇਸ਼ੋ ਆਹੂ ਗੁਜ਼ਰ। ਜਿਹੜਾ ਸ਼ੇਰ ਦੇ ਕੋਲ ਹੋਵੇ, ਸ਼ੇਰ ਦੀ ਗਾਰ ਵਿੱਚ ਹੋਵੇ, ਉਹਦੇ ਸਾਹਮਣੇ ਭੇਡ ਬੱਕਰੀ ਤੇ ਖਰਨ ਕੁਝ ਵੀ ਨਹੀਂ ਕਰ ਸਕਦੇ। ਮੈਂ ਵਾਹਿਗੁਰੂ ਸ਼ੇਰ ਦੀ ਸ਼ਰਨ ਵਿੱਚ ਗਿਆ, ਤੂੰ ਮੇਰਾ ਕੀ ਵਿਗਾੜ ਲੈਣਾ ਹੈ।
एक बेनती, क्योंकि शरनागत होना बड़ी औखी गल है। ये एडा भैड़ा मनुआ है, शरण भी जाता, पैसे वेखी जाता, अपने को इन्ने हो गए ने, कोई परवाह नहीं, मेरे पुत्र धी इन्ने ने, मेरा इन्ना कुछ। शरनागत का अर्थ है अपने बल नूं बिल्कुल हार जाना, मेरे को कुछ भी नहीं। मेरी फिर बेनती, पहली गल मन दे मान ली शरनागत भी चले जाना। दूसरी मैं बेनती आपने की जी आत्म समर्पण। आत्म समर्पण का अर्थ है ਉਹਦੇ ਨਾਲ समझौते नहीं करने, तू आ करेगा तो आ करांगा। आत्म समर्पण का अर्थ बिल्कुल तन मन धन आत्म करके ढह पैना, जिन्हों महाराज कहते जे सुख दे तां, ये आत्म समर्पण असल च। जे सुख दे तां तुझे आराधी दुख पी तुझे ध्याई, जे भुख दे तां इतगी राजा दुख विच सूख मनाई, तन मन काट काट सब अरपी विच अग्नि आप जलाई, पक्खा फेरी पानी ढेवा ढोवा, जो देवें सो खाई। अगे की नानक गरीब ढह पाया, ढह पाया का मतलब है आत्म समर्पण। मेरी कोई शर्त ही नहीं। मैं बेनती की पहला शरनागत, क्योंकि असीं बिल्कुल संखेप चल रहे हैं। दूजा आत्म समर्पण, बस जी नानक गरीब ढह पाया द्वारे, हर मेल लिहो वडियाई, किसी कोई कोई मंझ निमाणी एक तू, सगल द्वार को छाड़ के आत्म समर्पण है। गयो तुहारो द्वार बाहें गए की लाजस गोबिंद दास, तुहार शरनागत आत्म समर्पण। तीसरा आज्ञा पालन। वाहिगुरू जी आज्ञा पालन विच भी आत्म समर्पण काम करता है। मैं तां आत्म समर्पण पहला ले लिया। आज्ञा विच ये नहीं कि जो मैनू चंगी लगेगी मनागा, आज्ञा विच जो तेनू चंगा लगेगा उस अनुसार चलांगा। जिमें जैसी आज्ञा कीनी ठाकुर तिस ते मुख नहीं मोरियो, जैसी है। ये शुकराना शब्द भी अज विच मैं बेनती करा गुरमुखो, अज शुकराना जिहड़ा साडे च ना जी सिखां च सुख नाल जुड़िया है। घर बना लिया शुकराना करना है, पुत्र की दात मिली शुकराना करना है, पदवी मिल गई पोस्ट मिल गई शुकराना करना है। पर गुरु साहब कहते हैं ये शुकराने का अधूरापन है। जो भी रब करे हर हालत विच उहदा शुकराना करना। मौत भी हो सकती है, घाटा भी हो, जैसी मां भाई साहब ने क्या कारण करता जो करे सिर धर्म मन करे शुकराना आज्ञा है। जैसी आज्ञा कीनी ठाकुर तिस ते मुख नहीं मोरियो, हठ नाल दी सहज आनंद रखियो, ग्रह भीतर उठ आहू को दोहरियो। आज्ञा में भूख सोई कर सूखा, सोग हरख नहीं जानियो, जो जो हुक्म भयो साहिब को सो माथे ले मानियो। फिर आत्मसमर्पण शरणागत आज्ञा पालन। चौथा है अत लाजमी निमरता, क्योंकि कई बारी निमरता विच भी अहंकार मान जिहड़ा सट मार जाता है। तो गुरमुखो ये रिजल्ट तो सवेरे निकल आउंदा, जिहड़ा साधना करदा उहनूं तो सवेरे मिल जाता है। जिदन ये फुरना बने हुण तां बड़े दिन हो गए, अमृत वेले नेम डिभदा पिया, फुरना ही बने, दूजे दिन उठियो किते एक कांजी की बूंद पैंदी सारा दुध फट जाता। जिदन अजे भी हुण ते रोज़ सहज पाठ करने पे हफ्ता नहीं बंदा उठ सकता। मैं तां कहा भी ये गल्लां छोटियां लगणगियां। निमरता जो कुछ है निमर पै जाना। हाँ गुरु साहब कहते किन्नी निमरता। फरीदा थियो पवाही दब, जे साई लोड़ें सब। ये दब शब्द आप जानते हो, तुसीं सारे जानते हो दब। उंज वैसे मैं एक बेनती करांगा, एक दो किताबां ने, ये डॉक्टर जसबीर सिंह सरना ने, वो एक किताब है उन्होंने गुरु ग्रंथ साहिब विच आए पशु पंछियां दा कोश। ये पशु केड़े केड़े ने पंछी, एक बनस्पति भी है भी केड़ी केड़ी बनस्पति दा। हुण दब जिहड़ी है दरियावां दे कंढे हुंदी, दरिया दब दियां चटाइयां बनांदे सन सफां, पर वो करड़ी हुंदी सी। दब नूं वढना ते जिथों लंघदे हुंदे सन डंगर गड्डे, उत्थे वो खलार देनी, उत्थों फिर डंगरां ने लंघना, बंदियां ने लंघना, गड्डियां ने लंघना, वो लंघ लंघ के नरम हो जाती सी। उस नरम दी फिर सफ बनती सी, उन्होंने फिर मुसल्ले के तौर पर वरतते सन मसीत विच। बाबा फरीद साहब कह रहे हो अपनी गल करनगे। वो दब दी बनी सफ चटाई बनी, उन्होंने मसीत विच रख दिता, धर्मशाला च रखिया, जिहड़ी लोकां दे पैरां दे थल्ले लताड़ी गई
ਅੱਜ ਜਦੋਂ ਨਰਮ ਹੋ ਗਈ, ਧਰਮ ਸਥਾਨ ਤੇ ਆ ਗਈ, ਜਦੋਂ ਉਹਨੂੰ ਮਿੱਟੀ ਲੱਗੀ, ਲੋਕਾਂ ਨੇ ਸਭ ਨੂੰ ਲੱਗੀ ਹੋਈ ਮਿੱਟੀ ਆਪਣੇ ਮੱਥੇ ਤੇ ਲਾ ਲਈ। ਕਹਿਣ ਲੱਗੇ ਆਹ ਹੀ ਕਮਾਈ, ਨਿਮਰਤਾ। ਮਹਾਰਾਜ ਕਹਿ ਰਿਹਾ ਦੱਬ ਦੀ ਤਰ੍ਹਾਂ ਹੋ ਜਾ। ਫਰੀਦਾ ਥਿਓ ਪਵਾਹੀ ਦੱਬ, ਪਵਾਹੀ ਮੰਝ ਪਿਆ ਰਸਤਾ, ਜੇ ਸਾਈਂ ਲੋੜਾਂ ਸਭ, ਇੱਕ ਛਿਜੈ ਬਿਆਲ ਤਾੜੀਐ, ਤਾਂ ਸਾਈਂ ਦੈ ਦਰ ਵਾੜੀਐ। ਨਿਮਰਤਾ। ਸਮਾਪਤੀ ਤੇ ਘਟਨਾ ਕਹਿ ਕੇ ਗੁਰੂ ਸਾਹਿਬ ਦੇ ਘਰ 'ਚ 4 ਧੂਣੇ 6 ਬਖਸ਼ਾਂ ਸਨ, ਜਿਹੜੀਆਂ ਸੰਪਰਦਾਵਾਂ ਨੇ ਬੜਾ ਪ੍ਰਚਾਰ ਕੀਤਾ ਜੀ, ਕਿਉਂਕਿ ਆਪਣੀ ਬਣ ਗਈ ਸਿਸਟਮ ਦਵੈਸ 'ਚ ਆ, ਜਿਹੜਾ ਜਿਵੇਂ ਤਾਂ ਸ਼ੁਰੂ ਕੀਤਾ ਮੈਂ ਹੀ ਹਾਂ ਸਭ ਕੁਝ, ਦੂਜੇ ਨੂੰ ਪਤਾ ਨਹੀਂ। ਤੇ ਗੁਰੂ ਸਾਹਿਬ ਕਹਿੰਦੇ ਜਿਹੜਾ ਬੰਦਾ ਹਰ ਬੰਦੇ ਨੂੰ ਗਲਤ ਕਹਿ ਰਿਹਾ ਨਾ, ਉਹਦੇ ਅੰਦਰ ਕੰਮ ਇਹੀ ਕਰਦਾ ਹੁੰਦਾ, ਲੋਕੋ ਮੈਨੂੰ ਸਭ ਤੋਂ ਚੰਗਾ ਸਮਝੋ। ਉਹ ਸਿੱਧਾ ਨਹੀਂ ਕਹਿ ਸਕਦਾ ਮੈਂ ਸਭ ਤੋਂ ਚੰਗਾ, ਉਹ ਵਲਾ ਕੇ ਕਹਿੰਦਾ ਮੈਂ ਸਭ ਤੋਂ ਚੰਗਾ ਨਹੀਂ ਕਹਿ ਸਕਦਾ ਕਿਸੇ ਨੂੰ ਦੇਖੇ। ਇਹਨਾਂ 6 ਬਖਸ਼ਾਂ ਵਿੱਚੋਂ ਇੱਕ ਬਖਸ਼ਿਸ਼ ਗੁਰੂ ਤੇਗ ਬਹਾਦਰ ਸਾਹਿਬ ਨੇ, ਹਰਿਆਣੇ ਵਿੱਚ ਇੱਕ ਗੁਰਦੁਆਰਾ ਜੀ ਧਮਧਾਨ ਸਾਹਿਬ, ਦਰਸ਼ਨ ਕੀਤੇ ਹੋਣੇ। ਧਮਧਾਨ ਸਾਹਿਬ ਸਾਰਾ ਪਿੰਡ ਜਾਟਾਂ ਦਾ, ਇਹ ਕੋਈ ਸਿੱਖਾਂ ਦਾ ਘਰ ਨਹੀਂ, ਇੱਕ ਐਸੀ ਉਹ ਵੀ ਚਲੇਗਾ ਉੱਥੋਂ। ਤੇ ਅੱਜ ਵੀ ਹੁਣ ਜਾਟ ਇੰਨੇ ਉਸ ਸਥਾਨ ਤੇ ਜਾਂਦੇ ਆ। ਮੈਂ ਪਟਿਆਲੇ ਕਥਾ ਕਰਨ ਗਿਆ, ਕਾਫੀ ਮਿਲੇ, ਇੱਕੋ ਜਿਹੇ ਉਹਨਾਂ ਨੇ ਪਾਈਆਂ ਟੀ-ਸ਼ਰਟਾਂ। ਮੇਰੇ ਮਨ 'ਚ ਕੋਈ ਖਿਡਾਰੀ ਨੇ, ਉਹ ਕਹਿੰਦੇ ਨੇ ਬਾਬਾ ਜੀ ਹਮ ਧਮਧਾਨ ਸਾਹਿਬ ਸੇ ਆਏ। ਮੈਂ ਕਹਿੰਦਾ ਗੁਰਦੁਆਰੇ ਜਾਂਦੇ ਹੋ? ਕਹਿੰਦਾ ਬਿਲਕੁਲ ਜਾਂਦੇ ਅਸੀਂ। ਉੱਥੇ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਗਏ, ਆਨੰਦਪੁਰ ਸਾਹਿਬ ਤੋਂ ਪਹਿਲਾਂ ਵਿਚਾਰ ਇਹ ਹੀ ਸੀ ਵੀ ਇੱਥੇ ਨਗਰ ਵਸਾਵਾਂਗੇ। ਬੜੀ ਧੂੜ ਉੱਡਣੀ ਜੀ, ਰੇਤਾ ਬੜਾ ਸੀ। ਇੱਕ ਸਿੱਖ ਸੀ, ਉਹਦਾ ਨਾਮ ਸੀ ਭਾਈ ਰਾਮਦੇਵ ਜੀ। ਮੈਂ ਤਾਂ ਬੇਨਤੀ ਕਰ ਰਿਹਾ, ਮਨ ਕਾ ਮਾਨ ਤਿਆਗੋ, ਸਾਧੂ ਮਨ ਕਾ ਮਾਨ ਤਿਆਗੋ। ਉਹਨੇ ਸੋਚਿਆ ਸੇਵਾ ਕੀ ਕਰਾਂ, ਪੁੱਛਿਆ ਨਹੀਂ, ਮਨ 'ਚ ਆਇਆ ਸਭ ਤੋਂ ਵੱਡੀ ਸੇਵਾ ਦੀ ਲੋੜ ਹੈ ਇਸ ਵੇਲੇ ਇਸ ਇਲਾਕੇ 'ਚ ਪਾਣੀ ਲਿਆਉਣਾ। ਉਹਨੇ ਸਿਰ ਤੇ ਜੀ ਇੰਨੂ ਕਰ ਲਿਆ, ਇੰਨੂ ਪਤਾ ਹੈ ਨਾ ਜੀ, ਇੰਨੂ ਕਰ ਲਿਆ, ਉੱਤੇ ਗਾਗਰ ਚੁੱਕ ਲਈ। ਪਹਿਲਾਂ ਸਤਿਗੁਰੂ ਜਿੱਥੇ ਇਸ਼ਨਾਨ ਕਰਨਾ, ਉਹ ਸਾਰੇ ਮੱਟ ਪਾਣੀ ਦੇ ਭਰਨੇ। ਫਿਰ ਮਹਾਰਾਜ ਦੇ ਪਸ਼ੂਆਂ ਲਈ ਪਾਣੀ ਲਿਆਉਣਾ, ਕਿਉਂਕਿ ਮਹਾਰਾਜ ਦੀ ਘੋੜੀ, ਮੱਝ ਤੇ ਗਾਂ ਨਾਲ ਹੁੰਦੀ ਸੀ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਗਏ। ਉਸ ਤੋਂ ਬਾਅਦ ਜਿੱਥੇ ਸੰਗਤ ਬਹਿਣੀ, ਉੱਥੇ ਨੇ ਛਟਕਾ ਕਰਨਾ ਸ਼ੁਰੂ ਕਰ ਦੇਣਾ ਸਵਖਤੀ ਉੱਠ ਕੇ, ਤੇ ਸ਼ਾਮ ਦੇ ਦੀਵਾਨ ਵੇਲੇ। ਤੇ ਇੱਕ ਦਿਨ ਕੀ ਹੋਇਆ ਵੀ ਮੁਖ ਤੋਂ ਨਿਰੀ ਬਾਣੀ, ਸਿਰਫ ਬਾਣੀ ਸਿਮਰਨ, ਕਿਸੇ ਨਾਲ ਨਹੀਂ ਬੋਲਣਾ, ਸਵਾਲ ਹੀ ਨਹੀਂ ਪੈਦਾ। ਉਨੀ ਕੁ ਗੱਲ ਕਰਨੀ ਜਿੰਨੀ ਕੁ ਲੋੜ ਨਹੀਂ, ਤੇ ਆਪਣੀ ਧੁਨ 'ਚ ਮਸਤ। ਇੰਨੀ ਸੇਵਾ ਕਈ ਮਹੀਨੇ ਕੀਤੀ। ਇੱਕ ਦਿਨ ਕੀ ਹੋਇਆ ਵੀ ਮਾਤਾ ਨਾਨਕੀ ਸਾਹਿਬ ਜੀ ਬਾਹਰ ਆਏ, ਮਾਤਾ ਜੀ ਨਾਲ ਸਨ, ਪਟਨਾ ਸਾਹਿਬ ਵੀ ਨਾਲ ਸਨ ਮਾਤਾ ਜੀ, ਗੁਰੂ ਤੇਗ ਬਹਾਦਰ ਸਾਹਿਬ ਦੇ ਮਾਤਾ ਜੀ। ਦੇਖਿਆ ਤੇ ਭਾਈ ਰਾਮਦੇਵ ਨਾ ਕੱਲਾ ਬੈਠਾ, ਤੇ ਸਿਰ ਤੋਂ ਇੰਨੂ ਲਾਇਆ ਜਿਹੜਾ, ਤੇ ਆਪਣੀ ਪਗੜੀ ਲਾਈ ਉਹਨੇ, ਦਸਤਾਰ, ਤੇ ਉਹਦਾ ਸਿਰ ਤੇ ਨਾ ਪਸੀਨੇ ਨਾਲ ਇੰਨੀ ਗਾਗਰਾਂ ਢੋਈਆਂ, ਉੱਤੇ ਜ਼ਖਮ ਹੋ ਗਏ। ਕਈਆਂ ਤੇ ਲਿਖਿਆ ਕਿਰਮਾਂ ਦਾ ਜ਼ਿਕਰ ਕੀਤਾ। ਇੰਨੇ ਜ਼ਖਮ ਹੋ ਗਏ ਗਹਿਰੇ, ਉਹਦੇ ਕੇਸ ਉਸ ਮਾਸ ਦੀਆਂ ਬੋਟੀਆਂ ਨਾਲ ਜੁੜੇ। ਇਕੱਲਾ ਬੈਠਾ ਉਹ ਇੱਕ ਇੱਕ ਕੇਸ ਜਿਹੜਾ ਵੱਖ ਕਰੀ ਜਾਏ ਵੀ ਜੁੜਿਆਂ ਨੂੰ। ਮਾਤਾ ਜੀ ਨੇ ਦੇਖ ਲਿਆ, ਇੱਕੋ ਦਮ ਆਪਣਾ ਸਿਰ ਢੱਕ ਲਿਆ ਇਹਨੇ। ਮਾਤਾ ਜੀ ਨੇੜੇ ਹੋ ਕੇ ਦੇਖ ਲਿਆ ਵੀ ਇਹਦੇ ਸਿਰ 'ਚ ਜ਼ਖਮ ਹੋ ਚੁੱਕਾ ਡੂੰਘਾ। ਉਹਨਾਂ ਨੇ ਫਿਰ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਿਹਾ, ਬੇਟਾ, ਕਿਉਂਕਿ ਮਾਂ ਨੇ ਤਾਂ ਉਹੀ ਸ਼ਬਦ ਵਰਤਨੇ ਨੇ, ਆਹ ਸਿੱਖ ਰਾਮਦੇਵ ਦੇ ਸਿਰ 'ਚ ਜ਼ਖਮ ਹੋ ਚੁੱਕਾ ਹੈ, ਕਿਸੇ ਨਾਲ ਨਹੀਂ ਬੋਲਦਾ, ਲੋੜ ਮਾਤਰ ਖਾਂਦਾ ਹੈ, ਸੇਵਾ 'ਚ ਹੀ ਰਹਿੰਦਾ, ਬੇਟਾ ਇਹਦੇ ਜ਼ਖਮ ਹੋ ਗਿਆ ਹੈ। ਮਹਾਰਾਜ ਜੀ ਨੇ ਕੋਲ ਬੁਲਾਇਆ, ਸੱਚੀ ਵੀ ਸਿਰ ਤੋਂ ਲਾਇਆ ਜਦੋਂ ਕੱਪੜਾ, ਤੇ ਜ਼ਖਮ ਬੜਾ ਡੂੰਘਾ। ਸਤਿਗੁਰੂ ਕਹਿੰਦੇ ਤੂੰ ਦੱਸਿਆ ਕੋਈ ਨਹੀਂ? ਕਹਿੰਦਾ ਸੱਚੇ ਪਾਤਸ਼ਾਹ ਤੇਰੀ ਸੇਵਾ ਹੀ 'ਚ ਰਸ ਇੰਨਾ ਮੈਨੂੰ ਯਾਦ ਹੀ ਨਹੀਂ ਰਹਿੰਦਾ ਦੱਸਣਾ, ਮੈਨੂੰ ਤੇ ਮਹਿਸੂਸ ਹੀ ਨਹੀਂ ਹੋਇਆ। ਹਜ਼ੂਰ ਨੇ ਉਸ ਦਿਨ ਨਵਾਂ ਨਾਮ ਦਿੱਤਾ, ਭਾਈ ਮੀਆਂ। ਇਹਨਾਂ 6 ਬਖਸ਼ਾਂ ਵਿੱਚੋਂ ਭਾਈ ਮੀਆਂ ਸਾਹਿਬ ਅੱਗੇ ਜਾ ਕੇ ਬਣਦਾ ਹੈ। ਉਂਝ ਵੈਸੇ ਪੂਰਾ ਨਾਮ ਹੈ ਭਾਈ ਮੀਆਂ ਸਾਹਿਬ, ਨਾਮ ਸੀ ਪ੍ਰੋਪਰ ਰਾਮਦੇਵ। ਕਹਿਣ ਲੱਗੇ ਅੱਜ ਤੱਕ ਤੂੰ ਜਿੱਥੇ ਇੰਨੇ ਦਿਨ ਹੋ ਗਏ, ਜਿੱਥੇ ਪੈਣਾ ਉੱਥੇ ਪਾਣੀ ਦੀ ਬਾਰਿਸ਼, ਮੀਆਂ ਦਰ ਤੇ ਮੀਂਹ ਪਵਾਨਾ, ਜਿੱਥੇ ਪੈਣਾ ਮੀਂਹ ਪਵਾਈ ਜਾਣਾ, ਮੀਂਹ ਪਵਾਈ ਜਾਣਾ। ਇੱਕ ਦੱਖਣੀ ਬਲਦ ਸੀ ਮਹਾਰਾਜ ਕੋਲ ਗੱਡੇ ਨਾਲ, ਉਹ ਦੱਖਣੀ ਬਲਦ ਦਿੱਤਾ,
ਇੱਕ ਨਗਾਰਾ ਸੀ ਉਹ ਦੇ ਦਿੱਤਾ, ਗੁਰਮੁਖੋ ਇੱਕ ਨਿਸ਼ਾਨ ਸਾਹਿਬ ਦਿੱਤਾ। ਤਿੰਨ ਚੀਜ਼ਾਂ ਦੇ ਕੇ, ਇੱਕ ਦੱਖਣੀ ਬਲਦ, ਇੱਕ ਨਗਾਰਾ, ਨਿਸ਼ਾਨ ਸਾਹਿਬ। ਕਹਿੰਦੇ ਨੇ ਜਾ, ਅੱਜ ਤੱਕ ਤੂੰ ਪਾਣੀ ਦਾ ਮੀਂਹ ਪਵਾਇਆ, ਧਰਤੀ ਦੀ ਹਿੱਕ ਤਪ ਦੀ ਠਾਰ ਦਿੱਤੀ, ਅੱਜ ਤੋਂ ਬਾਅਦ ਬਾਣੀ ਦਾ ਮੀਂਹ ਵਰਤਾਈ, ਲੋਕਾਂ ਦੇ ਤਪ ਦੇ ਹਿਰਦੇ ਠੰਡੇ ਹੋ ਜਾਣਗੇ। ਬਸ ਇੰਨਾ ਕੁ ਟਮਾ ਲੱਗਾ ਪ੍ਰਚਾਰਕ ਬਣਾਉਂਦੇ ਆ। ਅਨਪੜ੍ਹਤਾ ਨਾ ਸਮਝਿਓ ਕਿ ਕਈ ਕਹਿਣਗੇ ਫਿਰ ਕੋਰਸ ਕਿਹੜਾ ਕੀਤਾ। ਯਾਦ ਰੱਖਿਓ, ਪੂਰਾ ਗੁਰ ਆਖਿਓ ਜਾਂ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ। ਅੱਜ ਤੋਂ ਬਾਅਦ 12 ਬਾਂਕੀ ਯੂਪੀ ਵੱਲ ਬੜਾ ਪ੍ਰਚਾਰ ਕੀਤਾ। ਪਤਾ ਕਰਨਾ, ਜਿੱਥੇ ਜਾਣਾ ਝੰਡਾ ਗੱਡ ਦੇਣਾ ਪਹਿਲਾਂ, ਫਿਰ ਨਗਾਰਾ ਵਜਾਣਾ, ਬਲਦ ਦੇ ਉੱਤੇ ਨਗਾਰਾ ਰੱਖਦੇ ਸਨ। ਸੰਗਤ ਆ ਜਾਣੀ ਤੇ ਮਹਾਰਾਜ ਨੇ ਕਿਹਾ, ਜਾ ਪਿਆਰਿਆ, ਆਪ ਛਕ ਤੇ ਲੋਕਾਂ ਨੂੰ ਛਕਾ, ਜਿੱਥੇ ਤੂੰ ਬਹਿ ਜਾਏਗਾ ਲੰਗਰ ਤੇਰੇ ਨਾਲ ਚੱਲਿਆ ਕਰੇਗਾ। ਸਮਾਂ ਆਇਆ, ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦ ਹੋ ਗਏ। ਮੈਂ ਬੇਨਤੀ ਕਰ ਲਗਾ, ਮਨ ਕਾ ਮਾਨ ਤਿਆਗੋ। ਮਹਾਰਾਜ ਸ਼ਹੀਦ ਹੋ ਗਏ। ਉਂਝ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਬਦ ਵਰਤਿਆ, ਪ੍ਰਭਪੁਰ ਕੀਆ ਪਿਆਨ। ਇਹ ਭਾਈ ਮੀਆਂ ਨੂੰ ਪਤਾ ਲੱਗਾ, ਇਹ ਫਿਰ ਆਇਆ ਜੀ, ਬਲਦ ਵੀ ਉਹ ਸੀ, ਨਿਸ਼ਾਨ ਸਾਹਿਬ ਵੀ। ਹੁਣ ਇਹ ਘਟਨਾ ਜਿਹੜੀ ਮਹਾਰਾਜ ਦੇ ਜਦੋਂ ਵਾਪਰਦੀ ਹੈ, ਉਦੋਂ ਗੁਰੂ ਬਣੇ। ਮੈਂ ਆਪ ਨੂੰ ਕਿਹਾ ਵੀ 11 ਕੁ ਸਾਲ ਤੇ ਮਹਾਰਾਜ ਗੁਰਗੱਦਾ ਗੱਦੀ ਰਹੇ। ਇਹ ਫਿਰ ਉਹੀ ਨਿਸ਼ਾਨ ਸਾਹਿਬ, ਉਹੀ ਬਲਦ ਤੇ ਨਗਾਰਾ ਲੈਂਦਾ ਲੈਂਦਾ ਸਿੰਘਪੁਰ ਆ ਗਿਆ, ਜਿੱਥੇ ਮਹਾਰਾਜ ਦਰਬਾਰ ਸਜਿਆ ਨਾ ਅਨੰਦਪੁਰ ਸਾਹਿਬ, ਉੱਥੇ ਜੀ ਨਗਾਰਾ ਵਜਾਈ ਜਾਏ। ਸਤਿਗੁਰਾਂ ਨੇ ਕਿਹਾ, ਇਹ ਆਵਾਜ਼ ਕਿਸ ਦੀ? ਨਗਾਰੇ ਦੀ। ਬਾਹਰ ਗਏ ਮਹਾਰਾਜ, ਇਹ ਮੀਆਂ ਜੀ ਆਏ, ਭਾਈ ਮੀਆਂ ਜੀ। ਕਹਿਣ ਲੱਗੇ, ਖੋਲੋ ਸਭ ਕੁਝ ਇਹਦੇ ਤੋਂ। ਇਹਨੂੰ ਪਤਾ ਨਹੀਂ ਨਗਾਰਾ ਵਜਾਉਂਦਾ ਪਿਆ ਦਰਬਾਰ 'ਚ ਆ ਕੇ ਅੱਗੇ। ਇਹ ਟਾਈਮ ਹੈ, ਇਹ ਸਮਾਂ ਕੋਈ। ਨਗਾਰਾ ਵੀ ਖੋਲਿਆ, ਸਿੱਖ ਗਏ, ਝੰਡਾ ਵੀ ਖੋਲਿਆ, ਬਲਦ ਵੀ ਖੋਲ ਗਿਆ। ਗੁਰਮੁਖੋ ਸੰਗਤ 'ਚ ਆ ਕੇ ਬੈਠ ਗਿਆ ਭਾਈ ਮੀਆਂ। ਜਦੋਂ ਮਹਾਰਾਜ ਨੂੰ ਸੰਗਤ ਮੱਥਾ ਟੇਕ ਰਹੀ, ਫਿਰ ਇਹ ਜੋ ਇਹਦੇ ਕੋਲ ਤੁਸ਼ ਭੇਟਾ ਸੀ ਅੱਗੇ ਰੱਖ ਕੇ ਗੁਰੂ ਗੋਬਿੰਦ ਸਿੰਘ ਦੇ ਚਰਨ ਚੁੰਮ ਲਏ, ਮੱਥਾ ਟੇਕਿਆ। ਹਜ਼ੂਰ ਕਹਿੰਦੇ ਆ, ਤੇਰਾ ਬਲਦ ਕਿੱਥੇ ਹੋਏ? ਨਗਾਰਾ ਕਿੱਥੇ? ਕਿੱਥੇ ਤੇਰਾ ਝੰਡਾ? ਹੱਥ ਜੋੜ ਕੇ ਕਹਿੰਦਾ, ਖਸਮ ਦਾ ਦਿੱਤਾ ਖਸਮ ਨੇ ਲੈ ਲਿਆ, ਸਿੱਖ ਨੂੰ ਰਜ਼ਾ 'ਚ ਰਹਿਣਾ ਚਾਹੀਦਾ। ਆਹ ਸ਼ਬਦ ਨੇ। ਕਿਉਂਕਿ ਹੁਣ ਇਹ ਕਿਤਾਬਾਂ ਨਹੀਂ ਮਿਲਦੀਆਂ। ਇੱਕ ਬੜੀ ਪੁਰਾਣੀ ਕਿਤਾਬ ਸੀ, ਸ਼੍ਰੋਮਣੀ ਕਮੇਟੀ ਛਾਪੀ ਉਹਨੇ, ਉਸ ਕਿਤਾਬ ਦਾ ਨਾਮ ਉਦਾਸੀ ਸਿੱਖਾਂ ਦੀ ਵਿਥਿਆ। ਇਹ 500-600 ਪੰਨੇ ਦੀ ਕਿਤਾਬ ਹੈ। ਕਿੰਨਾ ਉਦਾਸੀਆਂ ਨੇ ਕਿੱਡਾ ਵੱਡਾ ਯੋਗਦਾਨ ਸੀ। ਕਹਿੰਦਾ, ਮਹਾਰਾਜ ਤੇਰਾ ਦਿੱਤਾ ਤੁਸੀਂ ਲੈ ਲਿਆ, ਮੇਰਾ ਫਰਜ਼ ਹੈ ਮੇਰੇ ਤੇ ਮਿਹਰ ਕਰੋ, ਮੈਂ ਰਜ਼ਾ 'ਚ ਰਹਾਂ। ਹਜ਼ੂਰ ਨੇ ਉਸੇ ਵਕਤ ਸੀਨੇ ਨਾਲ ਲਾਇਆ, ਬਲਦ ਵੀ ਦਿੱਤਾ, ਨਿਸ਼ਾਨ ਸਾਹਿਬ ਵੀ ਦਿੱਤਾ, ਨਗਾਰਾ ਵੀ ਦਿੱਤਾ। ਅੱਧੀ ਦਸਤਾਰ ਆਪਣੀ ਲਾ ਕੇ, ਅੱਧੀ ਪਾੜ ਕੇ, ਕਹਿਣ ਲੱਗੇ ਸਿਰ ਤੇ ਬੰਨ ਲੈ, ਨਾਲ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਦੇ ਦਿੱਤਾ। ਕਹਿਣ ਲੱਗੇ, ਪਿਤਾ ਜੀ ਨੇ ਤੇਰਾ ਨਾਮ ਮੀਆਂ ਰੱਖਿਆ ਸੀ, ਅਸੀਂ ਇੱਕ ਹੋਰ ਸ਼ਬਦ ਤੈਨੂੰ ਦਿੰਦੇ ਹਾਂ, ਤੂੰ ਸਾਹਿਬ ਹੈ। ਉਸ ਦਿਨ ਤੋਂ ਬਾਅਦ ਨਾਮ ਪੈ ਗਿਆ ਭਾਈ ਮੀਆਂ ਸਾਹਿਬ। ਇਹ ਯਾਦ ਰੱਖਿਓ, 6 ਬਖਸ਼ਾਂ ਵਿੱਚੋਂ ਇੱਕ ਬਖਸ਼ਿਸ਼ ਹੈ। ਪਰ ਰੰਚਕ ਮਾਤਰ ਵੀ ਮੈਂ ਨਹੀਂ ਆਈ ਕਿ ਆਖਰ ਮੈਂ ਸੇਵਾ ਕੀਤੀ, ਮੈਂ ਗਾਗਰ ਟੂ। ਗੁਰੂ ਤੇਗ ਬਹਾਦਰ ਸਾਹਿਬ ਪਹਿਲਾ ਨੁਕਤਾ ਅਭਿਆਸੀਆਂ ਨੂੰ ਦੇ ਰਹੇ ਆ ਕਿ ਸਾਧੋ ਮਨ ਕਾ ਮਾਨ ਤਿਆਗੋ। ਦੂਜੀ ਗੱਲ, ਮਾਨ ਦੇ ਨਾਲ ਨਾਲ 2 ਹੋਰ ਫੁਰਨੇ ਤੰਗ ਕਰਨਗੇ, ਇੱਕ ਕਾਮ ਦਾ ਤੇ ਦੂਜਾ ਕ੍ਰੋਧ ਦਾ। ਇਹ ਕਿਉਂ ਤੰਗ ਕਰਦਾ ਹੈ? ਕਿਉਂਕਿ ਇੱਕ ਤਾਂ ਇਹ 'ਤੇ ਖੁੱਲ੍ਹ ਕੇ ਨਹੀਂ ਬੋਲਿਆ ਜਾਂਦਾ। ਪ੍ਰੋਬਲਮ ਹੈ ਸਾਡੀ। 8 ਤਰ੍ਹਾਂ ਦਾ ਕਾਮ ਹੈ। ਵਿਚਾਰ ਸਾਗਰ ਵਿਚਾਰਮਾਲਾ ਦੱਸਿਆ 8 ਤਰ੍ਹਾਂ ਦਾ। ਗੱਲਾਂ ਕਰਨੀਆਂ, ਗੀਤ ਸੁਣਨੇ, ਇਕਾਂਤ 'ਚ ਮਿਲਣਾ, ਮਿਲਣ ਦਾ ਯਤਨ ਕਰਨਾ, 8 ਤਰ੍ਹਾਂ ਦਾ ਜੀ। ਗੁਰੂ ਸਾਹਿਬ ਕਹਿੰਦੇ ਆ, ਜੇ ਸਾਧਨਾ ਕਰਨੀ ਹੈ ਨਾ, ਅਰਦਾਸ ਕਰ ਇਸ ਫੁਰਨੇ ਤੋਂ ਬਚ ਜਾ। ਦੂਜਾ ਕ੍ਰੋਧ ਤੋਂ। ਤੀਸਰਾ, ਇਹ ਜਿਹੜੇ ਪੈਦਾ ਕਰਾਉਣ ਦਾ ਇੱਕ ਸਭ ਤੋਂ ਵੱਡਾ ਮੂਲ ਕਾਰਨ ਨੇ, ਰੱਬ ਤੋਂ ਟੁੱਟਿਆਂ ਦੀ ਸੰਗਤ। ਬਸ ਉਹਨਾਂ ਤੋਂ ਬਚ ਕੇ ਰਹਾ। ਪਹਿਲਾ ਜਿਹੜਾ ਮਹਾਰਾਜ ਦਾ ਸਬਕ ਹੈ ਜੀ ਸਾਡੇ ਲਈ ਇਹ ਹੀ ਹੈ, ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਤੇ ਐਨਿਸ ਭਾਗੋ। ਕੱਲ੍ਹ ਨੂੰ ਇਸੇ ਵਿਸ਼ੇ ਨੂੰ ਆਪਾਂ ਅੱਗੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨ ਪਰਸਾਂਗੇ। ਜੇ ਚੰਗਾ ਲੱਗੇ ਤਾਂ ਕੱਲ੍ਹ ਨੂੰ ਸ਼ਲੋਕ ਜ਼ਰੂਰ ਪੜ੍ਹ ਕੇ ਆਇਓ। ਬੜਾ ਟਾਈਮ ਘੱਟ ਲੱਗਦਾ, ਬੜਾ ਆਨੰਦ ਹੁੰਦਾ ਮਹਾਰਾਜ ਦਾ ਪੜ੍ਹਦਿਆਂ। ਕਿਉਂਕਿ ਮੈਂ ਪਿਛਲੇ ਦਿਨ ਹੀ ਕਿਹਾ, ਸਾਕੇ 2 ਵਾਪਰੇ। ਇੱਕ ਬਾਬਾ ਉਂਝ ਬੇਨਤੀ, ਸਾਕੇ ਦਾ ਅਰਥ ਮੌਤ ਨਹੀਂ ਹੁੰਦਾ ਕੇਵਲ। ਹਾਂ, ਘੱਲੂਘਾਰੇ ਦਾ ਅਰਥ ਹੈ ਤਬਾਹੀ, ਸਰਬਨਾਸ਼, ਬਰਬਾਦੀ। ਸਾਕੇ ਦਾ ਅਰਥ ਹੁੰਦਾ ਹੈ ਕਿ ਇਤਿਹਾਸ ਵਿੱਚ ਵਾਪਰੀ ਹੋਈ ਉਹ ਘਟਨਾ
ਜਿਹੜੀ ਸਮਾਂ ਬੀਤਣ ਤੋਂ ਬਾਅਦ ਵੀ ਆਪਣੇ ਅਰਥ ਨਹੀਂ ਮਰਨ ਦਿੰਦੀ। ਸਾਕਾ ਕਹਿੰਦੇ ਹਾਂ। ਬਾਬਾ ਬਕਾਲਾ ਸਾਹਿਬ ਸਾਕਾ ਹੈ, ਕਿਉਂਕਿ ਸਿਮਰਨ ਵੀ ਇਕਾਗਰਤਾ ਤੋਂ ਬਿਨਾਂ ਨਹੀਂ ਹੋ ਸਕਦਾ ਤੇ ਸ਼ਹਾਦਤ ਵੀ ਇਕਾਗਰਤਾ ਤੋਂ ਬਿਨਾਂ ਨਹੀਂ ਹੋ ਸਕਦੀ। ਜੇ ਖਿੰਡਿਆ ਹੋਇਆ ਮਨ ਹੈ, ਸਿਮਰਨ ਕਿੱਥੇ? ਜੇ ਖਿੰਡਿਆ ਹੋਇਆ ਮਨ ਤੇ ਅਡੋਲਤਾ ਨਹੀਂ। ਦੋਨਾਂ ਥਾਵਾਂ ਤੇ ਉੱਥੇ ਵੀ ਇਕਾਗਰਤਾ, ਇੱਥੇ ਵੀ ਸਤਿਗੁਰੂ ਇਕਾਗਰਤਾ ਵਰਤੀ। ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਿਓ। ਮੇਰੇ ਤੋਂ ਬੋਲਦਿਆਂ ਬੇਅੰਤ ਭੁੱਲਾਂ ਹੋਈਆਂ ਨੇ। ਆਪ ਭਾਣ ਭਾਵਨਾ ਵਾਲਿਓ, ਅਸੀਸ ਦਿਆ ਜੇ ਸੰਗਤ ਜੀ, ਜ਼ਿੰਦਗੀ 'ਚ ਗੁਰੂ ਤੇਗ ਬਹਾਦਰ ਸਾਹਿਬ ਦੀ ਬਖਸ਼ਿਸ਼ ਲੈ ਸਕੀ ਆਪਾਂ ਸਾਰੇ। ਆਓ ਹੁਣ ਸਮਾਪਤੀ ਹੈ। ਆਨੰਦ ਸਾਹਿਬ 2 ਮਿੰਟ ਨਾਮ ਜਪ ਲਈ, ਬਸ ਫਿਰ ਸਮਾਪਤੀ ਕਰ ਦਿੰਦੇ ਹਾਂ ਜੀ। ਖਿਮਾ ਕਰਿਓ, ਮੈਂ ਟਾਈਮ ਜ਼ਿਆਦਾ ਲੈ ਗਿਆ ਅੱਜ, ਤੇ ਆਪਾਂ ਬਾਬਿਆਂ ਵਾਲਾ ਕੰਮ ਹੀ ਕਰਨਾ। ਘਰ ਸੇਵਾਲਿਆਂ ਸੌਖਾ, ਸਾਰੇ ਬੋਲ ਪੈਂਦੇ ਆ। ਕੱਲਾ ਵਾਹਿਗੁਰੂ ਕਹਿੰਦੇ ਆ, ਕਈ ਵਾਰੀ ਚੁੱਪ ਹੀ ਬੈਠੇ ਰਹਿੰਦੇ ਆ। ਕਰੋ ਕਿਰਪਾ ਜੀ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਾਰੇ ਕਿਰਪਾ ਕਰੋ, ਬੀਬੀਆਂ ਭੈਣਾਂ ਵੀ। ਸਤਨਾਮ ਵਾਹਿਗੁਰੂ, 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 ਵਾਹਿਗੁਰੂ। ਸਾਧ ਸੰਗਤ ਕਥਾ ਵਿਚਾਰ ਕਰਦਿਆਂ ਬੋਲਦਿਆਂ
ਬੇਅੰਤ ਭੁੱਲਾਂ ਹੋਈਆਂ ਨੇ, ਕਿਰਪਾ ਕਰਿਓ, ਸਤਿਗੁਰੂ ਬਖਸ਼ ਦੇਣ। ਆਓ ਹੁਣ ਆਨੰਦ ਸਾਹਿਬ ਜੀ ਦਾ ਪਾਠ ਕਰੀਏ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹੈ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ ਕਾਰ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹੇ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ। ਜਿਸ ਦੇਹ ਸੋ ਪਾਵੈ, ਸਦਾ ਸਿਵਤ ਸਲਾਹਾ ਤੇਰੀ। ਨਾਮ ਮਨ ਵਸਾਵੈ, ਨਾਮ ਜਿਨ ਕੈ ਮਨ ਵਸਿਆ। ਵਾਜੇ ਸ਼ਬਦ ਕਨੇਰੇ, ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋ। ਜਿਸ ਦੀਆਂ ਇਹ ਵਡਿਆਈਆਂ, ਕਹੈ ਨਾਨਕ ਸੁਣੋ ਸੰਤੋ, ਸ਼ਬਦ ਤਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰਤ ਹਾਰੀਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਠ ਕੁਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੈ ਲਾਗੇ। ਕਹੈ ਨਾਨਕ ਤੈਸਕ ਹੋਵਾ, ਤਿਤ ਘਰ ਅਨਹਦ ਵਾਜੇ। ਅੰਧ ਸੁਣੋ ਵਡ ਭਾਗੀਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭੈ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ। ਦਿਵਸ ਰਾਤ ਦੋਇ ਦਾਈ ਦਾਇਆ, ਖੇਲੈ ਸਗਲ ਜਗਤ। ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂਰ। ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਜਿਨੀ ਨਾਮ ਧਿਆਇਆ, ਗਏ ਮਸ਼ਕਤ ਕਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁਟੀ ਨਾਲ। ਜਿਨੀ ਨਾਮ ਧਿਆਇਆ, ਗਏ ਮਸ਼ਕਤ ਕਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।